BTV देख रहे ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਬ੍ਰਾਈਟ ਵੇਜ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਅ ਵੈਰੀ ਗੁੱਡ ਮਾਰਨਿੰਗ। ਸੋਮਵਾਰ ਦੀ ਸਵੇਰ ਹੈ ਜੀ। ਅੱਜ ਤਰੀਕ ਹੈ ਸਤੰਬਰ 18 2023 ਮੰਡੇ, ਯਾਨੀ ਕਿ ਸੋਮਵਾਰ ਦੀ ਬਹੁਤ ਹੀ ਸੋਹਣੀ ਸਵੇਰ ਹੈ। ਥੋੜੀ ਠੰਡ ਜ਼ਰੂਰ ਹੈ, ਪਰ ਜਿਹੜਾ ਵੀਕਐਂਡ ਰਿਹਾ ਬਹੁਤ ਹੀ ਪਲੇਜ਼ੈਂਟ ਮੌਸਮ ਨਾਲ ਰਿਹਾ। ਤੁਸੀਂ ਉਮੀਦ ਕਰਦਾ ਕਿ ਵਧੀਆ ਮਨਾਇਆ ਹੋਏਗਾ। ਔਰ ਹੁਣ ਅਸੀਂ ਆਪਣੀ ਵਰਕ ਵੀਕ ਦੀ ਸ਼ੁਰੂਆਤ ਕਰ ਰਹੇ ਹਾਂ ਔਰ ਵਰਕ ਵੀਕ ਦੇ ਵਿੱਚ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਸਾਡੇ ਸਾਥੀ ਹੋਸਟ ਸੀਨੀਅਰ ਪੱਤਰਕਾਰ ਸੁਰੀਤਮ ਸਿੰਘ ਰਾਏ ਸਾਹਿਬ। ਰਾਏ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਵੀ ਜੀ, ਪਿਆਰ ਭਰੀ ਬਾਅਦ ਚ ਕਹਿ ਦਿੰਦੇ ਆ। ਅੱਛਾ, ਥੋੜੀ ਜਿਹੀ ਠੰਡੀ ਕਾਫੀ ਥੋੜੀ ਜਿਹੀ ਠੰਡੀ ਕਾਫੀ ਠੀਕ ਹੈ ਜੀ। ਲੋਕੀ ਤਾਂ ਐਕਸਟਰਾ ਪੇ ਕਰਕੇ ਕੋਲਡ ਕਾਫੀ ਪੀਂਦੇ ਨੇ। ਮੈਂ ਤਾਂ ਹੀ ਕਿਹਾ ਨਾ ਵੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਬਾਤ ਚ ਕਹਿੰਦੇ, ਥੋੜੀ ਜਿਹੀ ਠੰਡੀ ਥੋੜਾ ਜਿਹਾ ਪਿਆਰ। ਠੀਕ ਹੈ ਜੀ, ਚਲੋ ਵਧੀਆ ਜੀ, ਬਹੁਤ ਵਧੀਆ। ਹਾਂਜੀ। ਵੈਸੇ ਇੱਕ ਗੱਲ ਹੈਰਾਨੀ ਹੈ ਸ਼ਵੀ ਜੀ, ਹਾਂਜੀ 18 ਤਰੀਕ ਹੋ ਗਈ ਸਤੰਬਰ। ਬਿਲਕੁਲ। ਤੇ ਮੈਨੂੰ ਯਾਦ ਹੈ ਜਦੋਂ ਕਹਿੰਦੇ ਸੀ ਬਸ ਸਤੰਬਰ ਆਉਣ ਵਾਲੀ ਹੈ ਜੀ, ਉਵੇਂ ਤਾਂ 30-40 ਸਾਲ ਵੀ ਐਵੇਂ ਲੰਘੇ, ਉਹ ਵੀ ਖਿਆਲ ਨਹੀਂ ਆਉਂਦਾ। ਜੀ ਬਿਲਕੁਲ। ਔਰ 2023 ਜਿਹੜਾ ਉਹ ਤੁਸੀਂ ਜੇ ਏਦਾਂ ਸੋਚੋ, ਹਾਂ 9ਵਾਂ ਮਹੀਨਾ ਵੀ ਜਿਹੜਾ ਮੁੱਕਣ ਵਾਲਾ, ਉਸ ਤੋਂ ਬਾਅਦ ਬਸ ਆ ਗਿਆ ਜੀ 2024 ਆ ਜਾਣਾ। ਇਹ ਤਾਂ ਮੈਨੂੰ ਲੱਗਦਾ 3 ਜਿਹੜੇ ਮਹੀਨੇ ਰਹਿੰਦੇ ਆ ਉਹ ਪਤਾ ਨਹੀਂ ਲੱਗਣਾ ਜੀ। ਔਰ ਮੌਸਮ ਜਿਹੜਾ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ। ਗਰਮੀ ਵੀ ਲੰਘ ਗਈ, ਪਰ ਠੰਡ ਵੀ ਸ਼ੁਰੂ ਹੋਣ ਲੱਗ ਗਈ। ਇਹ ਜਿਹੜਾ ਵੀਕਐਂਡ ਸੀ ਬੜਾ ਵਧੀਆ ਰਿਹਾ। ਲੋਕਾਂ ਨੇ ਗਰਮੀ ਪੂਰੀ ਗਰਮੀ ਸੀ। ਮੇਰਾ ਓਵਰਆਲ ਗੱਲ ਕਰਨ ਦਾ ਮਤਲਬ ਹੈ ਵੀ ਗਰਮੀ ਵੀ ਲੰਘ ਗਈ ਤੇ ਸਰਦੀ ਆਉਣ ਲੱਗ ਗਈ ਜੀ। ਔਰ ਨਾਲ ਹੀ 2024 ਜਿਹੜਾ ਕਹਿੰਦੇ ਨਾ ਇਟਸ ਨੌਕਿੰਗ, ਪਰ ਉਸ ਦੇ ਨਾਲ ਕਈ ਜਿਹੜੇ ਨੇ ਪ੍ਰੋਜੈਕਟਸ ਦੁਨੀਆ ਭਰ ਦੇ ਵਿੱਚ ਸ਼ੁਰੂ ਹੋ ਰਹੇ ਨੇ। ਕਈ ਡਿਸਕਸ਼ਨਾਂ ਹੋ ਰਹੀਆਂ ਨੇ, ਚੰਦ ਤੱਕ ਪਹੁੰਚ ਰਹੇ ਨੇ ਜੀ, ਸੋਲਰ ਸਿਸਟਮ ਤੇ ਹੋਰ ਮਾਰਸ ਤੱਕ ਦੁਨੀਆ ਵਸਾਉਣ ਦੀ ਗੱਲਬਾਤ ਹੋ ਰਹੀ ਹੈ। ਸੋ ਇਸ ਟੈਕਨੋਲੋਜੀ ਵਾਲੇ ਏਰਾ ਦੇ ਵਿੱਚ ਅਸੀਂ ਹੁਣ ਤੁਸੀਂ ਜਿਹੜੀ ਚੰਦ ਨਾਲ ਪਹੁੰਚਣ ਦੀ ਗੱਲ ਕਰੀ ਹੈ ਨਾ ਜੀ, ਚੰਦ ਤੇ ਤਾਂ ਪਹੁੰਚ ਗਿਆ ਇੰਡੀਆ ਜੀ, ਐਂਡ ਉੱਥੇ ਪਹੁੰਚਿਆ ਜਿੱਥੇ ਹੋਰ ਕੋਈ ਨਹੀਂ ਪਹੁੰਚਿਆ ਜੀ। ਹਾਂਜੀ ਬਿਲਕੁਲ ਜੀ। ਇਹਦੇ ਚ ਕੋਈ ਬਹੁਤ ਵਧੀਆ ਜੀ ਤੇ ਬਹੁਤ ਵਧੀਆ ਤਰੱਕੀ ਕਰੀ ਹੈ। ਪਰ ਜਦੋਂ ਤੁਸੀਂ ਦੂਜੇ ਪਾਸੇ ਦੇਖਦੇ ਆ ਉੱਥੇ ਅਨਪੜ੍ਹਤਾ ਤੇ ਗਰੀਬੀ ਫੇਰ ਉੱਥੇ ਉਹ ਤਾਂ ਹੈ ਨਹੀਂ। ਉਹ ਕਦੋਂ ਸੁਧਾਰ ਹੋਊਗਾ? ਉਹ ਵੀ ਦੇਖੋ ਸੁਧਾਰ ਰਹੇ ਵੀ ਨੇ ਜੇ ਅਸੀਂ ਡਿਬੇਟੇਬਲ ਹੈ ਜੀ। ਜਿੱਥੇ ਇੰਨੀ ਪੋਪੂਲੇਸ਼ਨ ਹੈ ਉਹਨੂੰ ਕੰਟਰੋਲ ਕਰਨਾ ਵੀ ਔਖਾ ਹੈ, ਬਟ ਐਟ ਦ ਸੇਮ ਟਾਈਮ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਜਿਹੜੇ ਯੰਗ ਐਂਟਰਪ੍ਰੈਨਿਓਰਸ ਨੇ ਉਹ ਇੰਡੀਆ ਦੇ ਵਿੱਚ ਸ਼ੁਰੂ ਹੋ ਰਹੇ ਨੇ। ਔਰ ਜਿਹਦੀ ਕੁਆਲੀਫਿਕੇਸ਼ਨਸ ਦੀ ਗੱਲ ਕਰੀਏ, ਯੂਨੀਵਰਸਿਟੀਜ਼ ਦੀ ਗੱਲ ਕਰੀਏ, ਪੜ੍ਹਾਈ ਦੀ ਲਿਖਾਈ ਦੀ ਹਰ ਚੀਜ਼ ਦੇ ਵਿੱਚ ਇੰਡੀਆ ਵੱਧ ਵੀ ਰਿਹਾ। ਪਰ ਐਟ ਦ ਸੇਮ ਟਾਈਮ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿਹੜੀ ਭੁੱਖਮਰੀ ਹੈ ਉਹਦੇ ਨਾਲ ਜਿਹੜੇ ਲੋਕ ਮਰ ਰਹੇ ਨੇ। ਨੋਟਬੰਦੀ ਲੈ ਲਓ, ਤੁੱਕ ਬਣਦੀ ਆ ਕੋਈ ਜੀ। ਤੁਸੀਂ 2 ਸਾਲਾਂ 3 ਸਾਲਾਂ ਬਾਅਦ ਹੁਣ ਉਹ 2000 ਦੇ ਨੋਟ ਸ਼ੁਰੂ ਕਰੇ ਸੀਗੇ, ਹੁਣ ਉਹ ਵੀ ਬੰਦ ਕਰਨ ਲੱਗੇ ਆ। ਮੈਚ ਨਹੀਂ ਨਾ ਕਰਦੇ ਉਹ ਜਿਹੜਾ ਰੰਗ, ਜਿਹੜਾ ਕਈ ਵਾਰ ਗੱਲ ਉਹੀ ਕਰਦੇ ਆ ਨਾ ਸ਼ਵੀ ਜੀ, ਵੀ ਇੱਕ ਪਾਸੇ ਤਾਂ ਤੁਸੀਂ ਤਰੱਕੀਆਂ ਕਰਕੇ ਜਾ ਰਹੇ ਆ ਜਿੱਥੇ ਸਾਰੀ ਦੁਨੀਆ 'ਚ ਕੋਈ ਹੋਰ ਨਹੀਂ ਗਿਆ ਜੀ, ਦੂਜੇ ਪਾਸੇ ਤੁਸੀਂ ਐਨ ਥੱਲੇ ਬਿਲਕੁਲ ਜ਼ੀਰੋ ਹੋ ਜਾਂਦੇ ਆ ਜੀ। ਜੇ ਅਸੀਂ ਓਵਰਆਲ ਦੇਖੀਏ ਤਾਂ ਜਿਹੜਾ ਇੰਡੀਆ ਹੈ ਨਾ, ਇੰਡੀਆ ਬਹੁਤ ਜ਼ਿਆਦਾ ਤਰੱਕੀ ਕਰ ਸਕਦਾ। ਹੁਣ ਤੁਸੀਂ ਜਿਹੜਾ ਨਵਾਂ, ਆਪਾਂ ਸੌਰੀ ਥੋੜਾ ਜਿਹਾ 2 ਮਿੰਟ ਲਊਂਗਾ ਮੈਂ, ਜਿਹੜਾ ਹੁਣ ਨਵਾਂ ਉਹ ਇੱਕ ਇਲੈਕਸ਼ਨ ਵਾਲਾ ਰੌਲਾ ਇਹਨਾਂ ਨੇ ਪਾਇਆ ਪਿਆ ਵੀ ਇੱਕ ਦੇਸ਼ ਇੱਕ ਇਲੈਕਸ਼ਨ। ਹਾਂਜੀ, ਉਹਦਾ ਕੀ ਮਤਲਬ ਹੈ? ਉਹ ਮੈਨੂੰ ਲੱਗਦਾ ਸਾਰਾ ਕੁਝ ਜਿਹੜਾ ਮਤਲਬ ਹੈ ਆਪੇ ਹੀ ਲੋਕਾਂ ਨੂੰ ਹੁਣ ਪਤਾ ਲੱਗ ਜਾਣਾ। ਜਿੱਥੇ ਇੰਡੀਆ ਭਾਰਤ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਮੈਨੂੰ ਲੱਗਦਾ ਆਪਾਂ ਭਾਰਤ ਤੋਂ ਇੱਕ ਵਾਰ ਵਾਪਸ ਇੱਥੇ ਆ ਜਾਈਏ, ਹੁਣ ਫਿਰ ਚੱਲਾਂਗੇ ਜੀ। ਨਹੀਂ ਮੈਂ ਉਹ ਚੱਲਦੇ ਆਪਾਂ, ਪਰ ਦੇਖੋ ਉਹ ਸੈਂਸ ਨਹੀਂ ਬਣਦੀ। ਦੇਖੋ ਜਿਹੜੀ ਹਲੇ ਹੁਣ ਇਲੈਕਸ਼ਨਾਂ ਹੋਣੀਆਂ ਹਲੇ 3 ਜਾਂ 4 ਸੂਬਿਆਂ 'ਚ ਜੀ, ਦਸੰਬਰ ਤੋਂ ਪਹਿਲਾਂ ਸਪੋਜ਼ ਕਰੋ ਉਹ ਇਲੈਕਸ਼ਨਾਂ ਹੁਣ ਹੋ ਜਾਂਦੀਆਂ, ਅਗਲੇ ਮਹੀਨੇ ਹੋ ਜਾਂਦੀਆਂ ਜੀ, ਤੇ ਉਹ ਜਦੋਂ 2024 'ਚ ਸੈਂਟਰ ਦੀ ਇਲੈਕਸ਼ਨ ਹੋਗੀ ਦੁਬਾਰਾ ਫੇਰ ਕਰਨਗੇ, ਉਹ ਗਵਰਨਮੈਂਟ ਫੇਰ ਤੋੜ ਦੇਣਗੇ ਜੀ। ਤੇ ਜਿਹੜੀ ਸਾਲ ਕੋਈ ਗਵਰਨਮੈਂਟ ਹੋਈ ਹੈ ਬਣੀ ਨੂੰ, ਉਹਨੂੰ ਕੀ ਕਰਨਗੇ? ਉਹਨੂੰ ਤੋੜ ਦੇਣਗੇ। ਕੁਝ ਨਹੀਂ ਹੋਣਾ ਜੀ। ਮੈਨੂੰ ਲੱਗਦਾ ਹੈ ਕਿ ਹਰ ਵਾਰ ਇੱਕ ਡਿਬੇਟ ਦਾ ਇੱਕ ਮੁੱਦਾ ਆਪ ਛੇੜ ਲੈਂਦੇ ਨੇ, ਉਹ ਜੋ ਡਿਬੇਟਾਂ ਮੁੱਕ ਜਾਂਦੀਆਂ ਨੇ ਤੇ ਫਿਰ ਖਬਰਾਂ ਵੀ ਆਪੇ। ਉਹ ਜਿਹੜਾ ਸਪੈਸ਼ਲ ਸੈਸ਼ਨ ਆ ਨਾ ਉਹਦੇ 'ਚ ਆਉਣਾ ਹੈ,
ਸੋ ਦੇਖਦੇ ਹਾਂ ਜੀ ਕੀ ਕਰਦੇ ਨੇ। ਪਰ ਫਿਲਹਾਲ ਆਪਾਂ ਵਾਪਸ ਆ ਜਾਈਏ ਜੀ ਕੈਲਗਰੀ। ਚਲੋ ਵਾਪਸ ਆ ਕੈਲਗਰੀ ਆ ਕੇ ਹੁਣ ਅਸੀਂ ਆਪਣੀ ਖਬਰਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਥੋੜਾ ਆਪਾਂ ਕੁਇਕਲੀ ਅੱਜ ਤੁਹਾਡੀ ਲਾਲ ਡਾਇਰੀ ਵੱਲ ਚੱਲੀਏ ਔਰ ਜਿਹੜਾ ਥਾਟ ਆਫ ਦਾ ਡੇ ਆ ਕੁਇਕਲੀ ਵਾਲਾ ਫਟਾਫਟ ਕਰ ਦਿਓ ਜੀ। ਪਰ ਅੱਜ ਹੈ ਬੜਾ ਵਧੀਆ ਥਾਟ, ਤਾਂ ਮੈਂ ਕਿਹਾ ਇਹਨੂੰ ਆਪਾਂ ਮਿਸ ਨਹੀਂ ਕਰਨਾ। ਸੋ ਤੁਸੀਂ ਪਹਿਲਾਂ ਮੈਨੂੰ ਸੁਣਾਇਆ ਸੀ ਲਾਲ ਡਾਇਰੀ ਸ਼ਵੀ ਜੀ ਕਹਿੰਦੀ ਆ, ਹਾਂਜੀ, ਇੱਜ਼ਤ ਰੁਲਦੀ ਤੇ ਕਿਸਮਤ ਖੁੱਲਦੀ ਦਾ ਕੋਈ ਪਤਾ ਨਹੀਂ ਲੱਗਦਾ। ਅੱਛਾ, ਇੱਜ਼ਤ ਰੁਲਦੀ ਤੇ ਕਿਸਮਤ ਖੁੱਲਦੀ ਤਾਂ ਕੋਈ ਪਤਾ ਨਹੀਂ ਲੱਗਦਾ। ਦੋਵੇਂ ਹੀ ਜਿਹੜੇ ਆ ਨਾ ਬਹੁਤ ਪਿਆਰ ਧਿਆਨ ਨਾਲ ਤੁਹਾਨੂੰ ਰੱਖਣੇ ਪੈਂਦੇ ਆ। ਆਪਦੀ ਇੱਜ਼ਤ ਰੱਖਣੀ ਆ ਤਾਂ ਤੁਸੀਂ ਉਹ ਵੀ ਪਿਆਰ ਨਾਲ ਲੋਕਾਂ ਨਾਲ ਗੱਲਬਾਤ ਕਰੋਗੇ, ਰੱਖੀ ਜਾਓਗੇ ਜੀ। ਤੇ ਜਿਹੜੀ ਤੁਹਾਡੀ ਕਿਸਮਤ ਖੁੱਲਣੀ ਆ ਉਹ ਵੀ ਪਿਆਰ ਨਾਲ ਹੀ ਤੁਹਾਨੂੰ ਕਰਨੀ ਪੈਣੀ। ਵਾਹ ਜੀ ਵਾਹ। ਰਾਈਟ, ਜੇ ਤੁਸੀਂ ਪਿਆਰ ਨਹੀਂ ਰੱਖੋਗੇ ਤਾਂ ਉੱਥੇ ਵੀ ਕੋਈ ਗੱਲ ਨਾ ਕਿਸਮਤ ਖੁੱਲਣੀ ਹੈ ਨਾ ਇੱਜ਼ਤ ਮਿਲਣੀ ਹੈ। ਸੋ ਪਿਆਰ ਦੇ ਨਾਲ ਕਰੋ ਜੋ ਕੰਮ ਕਰਨਾ। ਬਿਲਕੁਲ, ਬਹੁਤ ਵਧੀਆ ਜੀ। ਸੋ ਪਿਆਰ ਦੇ ਨਾਲ ਅਸੀਂ ਆਪਣੇ ਵਰਕ ਵੀਕ ਦੀ ਜਿਹੜੀ ਸ਼ੁਰੂਆਤ ਕਰਤੀ ਹੈ। ਹੁਣ ਖਬਰਾਂ ਦਾ ਪਿਟਾਰਾ ਜਾਂ ਡਿਸਕਸ਼ਨ ਦਾ ਜਿਹੜਾ ਅੱਜ ਮੁੱਦਾ ਹੈ, ਉਹ ਜਿਹੜੇ ਡਿਫਰੈਂਟ ਮੁੱਦੇ ਨੇ ਜਿੱਤੇ ਆਪਾਂ ਗੱਲਬਾਤ ਕਰਨੀ ਹੈ, ਖਬਰਾਂ ਦੇ ਨਾਲ ਰਿਲੇਟ ਕਰਨਾ ਹੈ, ਉਹਦੀ ਸ਼ੁਰੂਆਤ ਕਰਦੇ ਹਾਂ ਭਾਈ। ਜਿੱਥੇ ਸਿਟੀ ਆਫ ਕੈਲਗਰੀ ਨੇ ਅਪਰੂਵ ਕਰ ਦਿੱਤਾ ਹੈ ਜੀ, ਇਹ ਜਿਹੜੇ 3 ਦਿਨ ਲਗਾਤਾਰ ਚੱਲ ਰਹੀ ਹੈ ਮੀਟਿੰਗਾਂ, ਉਸ ਤੋਂ ਬਾਅਦ ਹਾਊਸਿੰਗ ਸਟ੍ਰੈਟੇਜੀ ਹੈ ਜੀ, ਇਹਨੂੰ ਕਰ ਦਿੱਤਾ ਹੈ ਜੀ ਅਪਰੂਵ। ਸ਼ਵੀ ਜੀ, ਜਿਹੜਾ ਪਿਛਲੇ ਆਪਾਂ ਸਾਲ ਤੋਂ ਲੈ ਕੇ ਨਾ ਜਾਂ ਜ਼ਿਆਦਾ ਵੀ ਜਿਹੜਾ ਲੋਕਾਂ ਦੇ ਰਹਿਣ ਦਾ ਜੀ ਸਿਲਸਿਲਾ ਹੈ, ਚਾਹੇ ਉਹ ਕਿਰਾਏ ਤੇ ਰਹਿਣਾ, ਚਾਹੇ ਉਹ ਤੁਸੀਂ ਆਪਦਾ ਘਰ ਲੈ ਕੇ ਰਹਿਣਾ ਜੀ, ਚਾਹੇ ਤੁਸੀਂ ਜਿਹੜੇ ਸਿਟੀ ਜਾਂ ਪ੍ਰੋਵਿੰਸ ਜਾਂ ਫੈਡਰਲ ਸਰਕਾਰ ਲੋ ਇਨਕਮ ਵਾਲੀਆਂ ਕਰ ਦਿੰਦੇ ਆ ਲੋਕਾਂ ਵਾਸਤੇ ਜੀ, ਜਿਹੜੇ ਨਹੀਂ ਅਫੋਰਡ ਕਰ ਸਕਦੇ, ਚਾਹੇ ਉਹ ਹੈ, ਉਹ ਸਾਰੇ ਪਾਸੇ ਨਾ ਬਹੁਤ ਵੱਡੀ ਪ੍ਰੋਬਲਮ ਹੈ ਜੀ। ਦੇਖੋ, ਜਦੋਂ ਕਿਰਾਏ ਵੱਧ ਗਏ, ਕਿਰਾਏ ਵਧਣ ਦੇ ਨਾਲ ਨਾਲ ਐਵਰੇਜ ਜਿਹੜਾ ਹਰੇਕ ਬੰਦੇ ਨੂੰ ਤਕਲੀਫ ਹੋਈ ਆ ਉਹਦੀ। ਜੇ ਕਿਸੇ ਦਾ ਘਰ ਪੇ ਆਫ ਹੈ, ਜੇ ਜਿਹੜੇ ਓਨਰ ਹੈ ਜੀ, ਜੇ ਨਹੀਂ ਹੋਈ ਤਾਂ ਉਹਨਾਂ ਨੂੰ ਨਹੀਂ ਹੋਈ। ਪਰ ਜਦ ਬਹੁਤ ਥੋੜੇ ਲੋਕ ਹੈ ਜਿਨ੍ਹਾਂ ਦੀਆਂ ਆਪਦੀਆਂ ਪ੍ਰਾਪਰਟੀਆਂ ਤੇ ਪੇ ਆਫ ਹੈ ਜੀ। ਮੈਜੋਰਟੀ ਲੋਕ ਹੈ ਨਾ ਜਿਹੜੇ, ਉਹ ਜੇ ਆਪਾਂ ਘਰ ਬਾਏ ਵੀ ਕਰ ਲੈਂਦੇ ਆ ਤੇ ਉਹ 25 ਸਾਲ ਮਿਨੀਮਮ, ਹੁਣ ਤਾਂ ਮੇਰੇ ਨਾਲ 35 ਸਾਲ ਤੇ ਚਲੀ ਗਈ, ਉਹ ਵੀ ਹੋਣ ਲੱਗੀ, 30 ਸਾਲ ਦੀ ਵੀ ਹੋਣ ਲੱਗੀ। ਹਾਂਜੀ, ਰਾਈਟ, ਮੌਰਗੇਜ ਆ ਜਿਹੜੀ। ਹਾਂਜੀ ਹਾਂਜੀ। ਸੋ ਉਹ ਇੰਟਰਸਟ ਰੇਟ ਕਰਕੇ ਵੱਧ ਗਏ ਜੀ ਉਹਨਾਂ ਦੀਆਂ ਪੇਮੈਂਟਾਂ, ਤੇ ਜਿਹੜਾ ਕੋਈ ਰੈਂਟ ਤੇ ਰਹਿੰਦਾ ਉਹਦਾ ਕਿਰਾਏ ਬਹੁਤ ਵੱਧ ਗਏ। ਸੋ ਉਹਦੇ ਕਰਕੇ ਜਿਹੜੀ ਸਿਟੀ ਹੈਗੀ ਹੈ ਕੈਲਗਰੀ, ਸਪੈਸ਼ਲੀ ਜਿਹੜਾ ਮੇਅਰ ਆ ਸਾਡੇ ਜੋਤੀ ਗੋਂਡਕ ਜੀ, ਉਹਨਾਂ ਨੇ ਇਹ ਮੋਸ਼ਨ ਜਿਹੜਾ ਲਿਆਂਦਾ ਸੀਗਾ ਜੀ, ਉਹਦੇ ਕਰਕੇ ਜਿਹੜਾ ਇਹ ਅਮੈਂਡਮੈਂਟਸ ਜਿਹੜੀਆਂ ਕਰੀਆਂ। ਦੇਖੋ, ਬਾਕੀ ਅਮੈਂਡਮੈਂਟ ਤਾਂ ਅਪਰੂਵ ਹੋ ਗਈਆਂ, ਜਿਹੜੀ ਸਿਟੀ ਨੇ ਆਪਦਾ ਕਰਕੇ ਸਾਰਾ ਕੁਝ ਅਪਰੂਵ ਕਰਤਾ, ਪਰ ਇਹ ਕਿੱਥੋਂ ਤੱਕ ਕਿਵੇਂ ਲੋਕਾਂ ਨੂੰ ਫਾਇਦਾ ਹੋਊਗਾ ਇਹਦਾ, ਉਹ ਦੇਖਣ ਵਾਲੀ ਗੱਲ ਹੋਏਗੀ ਜੀ। ਉਹ ਬਿਲਕੁਲ ਜੀ। 162 ਜਿਹੜੇ ਇੱਥੇ ਦੇ ਕੈਲਗਰੀ ਦੇ ਰੈਜ਼ੀਡੈਂਟ ਸੀ, ਉਹਨਾਂ ਨੇ ਕਾਉਂਸਲ ਦੇ ਨਾਲ ਗੱਲ ਕੀਤੀ। 3 ਦਿਨ ਜਿਹੜੀ ਮੀਟਿੰਗਾਂ ਚੱਲਦੀ ਰਹੀਆਂ। ਇਸ ਦੇ ਨਾਲ 1366 ਜਿਹੜੀਆਂ ਚਿੱਠੀਆਂ ਸੀ ਉਹ ਵੀ ਨਾਲ ਲੱਗੀਆਂ ਜੀ, ਔਰ ਲੋਕ ਬਹੁਤ ਜ਼ਿਆਦਾ ਤੰਗ ਸੀ, ਤੰਗ ਹੈ ਨੇ ਆਫ ਕੋਰਸ। ਔਰ ਸਾਰਿਆਂ ਨੇ ਕਿਹਾ ਕਿ ਇਸ ਦੇ ਉੱਪਰ ਕੰਮ ਕਰਨਾ ਚਾਹੀਦਾ। ਅਫੋਰਡੇਬਿਲਿਟੀ ਜਿਹੜੀ ਆ ਉਹ ਘਰਾਂ ਦੀ ਹੋਣੀ ਚਾਹੀਦੀ ਹੈ। ਕਈਆਂ ਨੇ ਆਪਣੇ ਐਕਸਪੀਰੀਅੰਸਿਸ ਵੀ ਸ਼ੇਅਰ ਕੀਤੇ, ਇਸ ਇਸ਼ੂ ਨੂੰ ਐਡਰੈਸ ਵੀ ਕੀਤਾ, ਦੱਸਿਆ ਵੀ। ਉਹਨਾਂ ਨੇ ਕਿਹਾ ਕਿ ਕਿਵੇਂ ਉਹ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਆ ਗਏ ਨੇ ਜੀ, ਜਿੱਥੇ ਉਹਨਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਸੌਣਾ ਪੈ ਰਿਹਾ ਹੈ, ਭੁੱਖੇ ਹੋ ਵੀ, ਉਹਨਾਂ ਨਾ ਖਾਣ ਦਾ ਕੋਈ ਉਹਨਾਂ ਠਿਕਾਣਾ ਹੈ, ਨਾ ਸੌਣ ਦਾ ਕੋਈ ਠਿਕਾਣਾ ਹੈ। ਔਰ ਜੇ ਹਾਊਸਿੰਗ ਨੀਡਸ ਅਸੈਸਮੈਂਟ ਰਿਪੋਰਟ ਦੀ ਗੱਲ ਕਰੀਏ, ਜੋ ਕਿ ਇਸੇ ਮਹੀਨੇ ਪਹਿਲਾਂ ਇਸ਼ੂ ਕੀਤੀ ਗਈ ਸੀ, ਜਿਹੜੀ ਐਵਰੇਜ ਇਨਕਮ ਹੈ ਨਾ ਜੀ, ਹਾਂਜੀ, ਰੈਂਟ ਲਈ ਅਫੋਰਡ ਕਰਨ ਲਈ ਘਰ, ਉਹ ਪਹੁੰਚ ਗਈ ਹੈ ਜੀ $84,000। ਐਵਰੇਜ ਇਨਕਮ ਘੱਟੋ ਘੱਟ ਤੁਹਾਡੀ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਜਿਹੜਾ ਤੁਸੀਂ ਅਫੋਰਡ ਕਰ ਸਕਦੇ ਹੋ ਘਰ ਰੈਂਟ ਤੇ ਲੈਣਾ। ਦੇਖੋ, ਜਿਹੜੀ 84,000 ਹੈ ਨਾ ਇਨਕਮ ਜੀ, ਪੂਰੇ ਘਰ ਦੀ, ਮਤਲਬ ਪੂਰੀ ਹਾਊਸ ਹੋਲਡ ਦੀ, ਮੇਨਲੀ ਹਸਬੈਂਡ ਵਾਈਫ ਲੈ ਲਓ ਜੀ, ਰਾਈਟ। ਸੋ $84,000 ਇਨਕਮ ਜਿਹੜੀ ਦੋਨਾਂ ਨੂੰ ਬਣਾਉਣੀ ਜੀ ਬਹੁਤ ਔਖੀ ਹੈ, ਬਹੁਤ ਔਖੀ ਹੈ ਜੀ। ਜਦੋਂ ਤੁਸੀਂ ਦੇਖੋ, ਆਮ ਜਿਹੜੀ ਐਵਰੇਜ ਵੇਜ ਹੈ ਜੀ, ਉਹਦੀ ਗੱਲ ਕਰਦੇ ਆ ਤਾਂ ਐਵਰੇਜ ਵੇਜ ਕੀ ਹੈ? ਮੇਰੇ ਹਾਲ $16 $15 ਹਾਂਜੀ ਹਾਂਜੀ। ਚਲੋ, ਉਹਨੂੰ ਜੇ ਵਧਾ ਵੀ ਦੇਣਗੇ ਤਾਂ ਜਿਹੜੇ ਬਿਜ਼ਨੈਸਸ ਆ, ਬਿਜ਼ਨਸ ਜਿਹੜੇ ਆ ਉਹ ਵੀ ਸਫਰ ਕਰਦੇ ਆ ਜੀ।
ਹੁਣ ਜਿਹੜੀ ਫੈਡਰਲ ਗਵਰਨਮੈਂਟ ਨੇ ਲੋਨ ਦਿੱਤੇ ਸੀਗੇ 60,000 ਉਹਦੀ ਤਾਂ ਐਕਸਟੈਂਸ਼ਨ ਕਰਤੀ। ਉਹ ਐਕਸਟੈਂਸ਼ਨ ਕਾਹਤੋਂ ਕਰੀ ਹੈ ਪੇਮੈਂਟ ਵਾਪਸ ਕਰਨ ਦੀ? ਬਿਕਾਜ਼ ਬਿਜ਼ਨਸ ਓਵਰਆਲ ਜਿਹੜਾ ਹੈ ਨਾ ਉਹ ਸਫਰ ਕਰ ਰਹੇ ਆ। ਚਾਹੇ ਇਕਨੋਮੀ ਹਾਊਸਿੰਗ ਦੀ ਇਕਨੋਮੀ ਵਾਲਾ ਪਾਸਾ ਜਦੋਂ ਆਪਾਂ ਲੈਂਦੇ ਆ ਉਹ ਬਹੁਤ ਤੇਜ਼ ਆ ਜੀ, ਪਰ ਜਿਹੜਾ ਬਾਕੀ ਸਾਰਾ ਕੁਝ ਆ ਸਲੋ ਆ। ਉਹਦੇ ਕਰਕੇ ਹੁਣ ਜਿਹੜੀ ਜੇ ਤੁਸੀਂ ਵੇਜ ਆ ਉਹ ਵਧਾਓਗੇ ਉੱਥੇ ਵੀ ਪ੍ਰੋਬਲਮ ਆਉਣੀ ਹੈ ਜੀ। ਬਿਲਕੁਲ ਸਹੀ ਗੱਲ ਹੈ। ਇਹ ਜਿਹੜੀ ਸਟ੍ਰੈਟਜੀ ਹੈ ਜੀ, ਇਸ ਦੇ ਵਿੱਚ ਜਦੋਂ ਵੋਟਿੰਗ ਹੋਈ ਤੇ ਕਹਿ ਲਓ ਕਿ ਪੂਰੀ ਜਿਹੜੀ ਕਮੇਟੀ ਸੀਗੀ ਉਸ ਦੇ ਵਿੱਚ 12 ਵਰਸਸ 3 ਜਿਹੜੇ ਵੋਟ ਉਹ ਹੋਏ, ਯਾਨੀ ਕਿ 3 ਜਿਹੜੇ ਕਾਉਂਸਲਰਸ ਨੇ ਉਹਨਾਂ ਨੇ ਅਪੋਜ਼ ਵੀ ਕੀਤੀ ਇਸ ਚੀਜ਼ ਨੂੰ, ਪਰ ਆਫ ਕੋਰਸ ਇਹਦੇ ਨਾਲ ਇਹ ਪਾਸ ਹੋ ਗਿਆ। ਔਰ ਮੇਅਰ ਜੋਤੀ ਗੋਂਡੈਕ ਜੀ ਨੇ ਆਪਣੀ ਪੋਸਟ ਦੇ ਵਿੱਚ ਟਵਿੱਟਰ ਦੇ ਉੱਪਰ, ਜੋ ਕਿ ਅੱਜ ਕੱਲ ਐਕਸ ਹੋ ਗਿਆ, ਸ਼ਨੀਵਾਰ ਨੂੰ ਲਿਖਿਆ ਕਿ ਬਿਲਕੁਲ ਇੱਕ ਦਿਲ ਟੁੱਟਣ ਵਾਲੀ, ਯਾਨੀ ਕਿ ਹਾਰਟ ਬ੍ਰੇਕਿੰਗ ਹੈ ਜੀ ਇਹ ਸੁਣਨਾ ਕਹਾਣੀਆਂ ਲੋਕਾਂ ਦੀ, ਜਿੱਥੇ ਵਿੱਚ ਉਹ ਆਪਣੀ ਇੱਕ ਕਹਿੰਦੇ ਨਾ ਡੇਲੀ ਰੂਟੀਨ ਜਾਂ ਇੱਕ ਨੋਰਮਲ ਇੱਕ ਬੇਸਿਕ ਚੀਜ਼ ਨੂੰ ਅਫੋਰਡ ਕਰਨ ਲਈ ਇੰਨਾ ਕੁਝ ਕਰ ਰਹੇ ਨੇ। ਗੱਡੀਆਂ 'ਚ ਸੌਣਾ ਪੈ ਰਿਹਾ, ਰੋਟੀ ਨਹੀਂ ਹੈ ਜੀ ਖਾਣ ਨੂੰ, ਇਨਫਲੇਸ਼ਨ ਜਿਹੜਾ ਹੈ ਉਹ ਤੁਸੀਂ ਸਾਰਿਆਂ ਨੂੰ ਪਤਾ ਕਿੱਥੇ ਪਹੁੰਚ ਗਿਆ। ਔਰ ਇਸ ਸਟ੍ਰੈਟਜੀ ਦੇ ਮੁਤਾਬਕ 3000 ਨਵੇਂ ਜਿਹੜੇ ਨੇ ਨੌਨ ਮਾਰਕੀਟ ਜਿਹੜੇ ਹੋਮਸ ਨੇ ਉਸ ਨੂੰ ਬਣਾਇਆ ਜਾਵੇਗਾ ਤੇ ਉਸ ਦੇ ਨਾਲ 1000 ਘਰ ਹੋਰ ਜਿਹੜੇ ਨੇ ਉਹ ਬਣਾਏ ਜਾਣਗੇ। ਇਹ ਗੋਂਡੈਕ ਜੀ ਦੀ ਜਿਹੜੀ ਸਟੇਟਮੈਂਟ ਹੈ ਐਕਸ ਦੇ ਉੱਪਰ, ਯਾਨੀ ਕਿ ਟਵਿੱਟਰ ਦੇ ਉੱਪਰ ਉਹਨਾਂ ਨੇ ਆਪ ਲਿਖ ਕੇ, ਯਾਨੀ ਕਿ ਲਿਖਤ ਉਹਨਾਂ ਨੇ ਕਰ ਦਿੱਤਾ ਹੈ। ਕਈ ਜਿਹੜੇ ਇਸ ਦੇ ਨਾਲ ਗੱਲਾਂ ਬਾਤਾਂ ਹੋਈਆਂ ਜਿਸ ਦੇ ਵਿੱਚ ਹਾਊਸਿੰਗ ਸਪਲਾਈ ਔਰ ਅਫੋਰਡੇਬਿਲਿਟੀ ਜਿਹੜੀ ਕੈਲਗਰੀ ਦੇ ਵਿੱਚ ਹੈ ਉਸ ਦੇ ਬਾਰੇ ਬਹੁਤ ਸਾਰੀ ਚਰਚਾ ਜਿਹੜੀ ਹੈ ਉਹ ਹੋਈ। ਔਰ ਕਾਉਂਸਲਰ ਡੈਨ ਮੈਕਲੀਨ, ਪੀਟਰ ਡੇਮੋਂਗ ਤੇ ਸੀਨ ਚੂ, ਇਹਨਾਂ ਨੇ ਇਸ ਦਾ ਜਿਹੜਾ ਅਪੋਜ਼, ਤਿੰਨਾਂ ਨੇ ਅਪੋਜ਼ ਕਰਿਆ, ਅਪੋਜ਼ ਕੀਤਾ ਸੀ, ਬਾਕੀ ਸਾਰਿਆਂ ਨੇ ਹਾਂ ਕੀਤੀ। ਹੁਣ ਦੇਖੋ, ਜਦੋਂ ਮੈਨੂੰ ਕਈ ਵਾਰੀ ਨਾ ਇਹ ਸਮਝ ਨਹੀਂ ਆਉਂਦੀ ਵੀ ਜਿਨ੍ਹਾਂ ਨੇ ਅਪੋਜ਼ ਕਰਿਆ ਉਹ ਕੀ ਸੋਚ ਕੇ ਕਰਿਆ। ਉਹ ਵੀ ਸੋਚ ਜਾਂਦਾ, ਬਿਕਾਜ਼ ਇਹ ਜਿਹੜੀ ਹੈ ਨਾ ਇਹ ਪ੍ਰੋਬਲਮ ਤਾਂ ਸਾਰਿਆਂ ਨੂੰ ਪਤਾ ਹੈ, ਜਿਹੜੀ ਬਹੁਤ ਵੱਡੀ ਪ੍ਰੋਬਲਮ ਹੈ ਇਹ ਹਰੇਕ ਨੂੰ ਪਤਾ ਹੈ ਵੀ ਕੀ ਹੋ ਰਿਹਾ, ਕਿੱਧਰ ਨੂੰ ਮਾਰਕੀਟ ਜਾ ਰਹੀ ਹੈ, ਸਪੈਸ਼ਲੀ ਜੇ ਆਪਾਂ ਗੱਲ ਕੈਲਗਰੀ ਦੀ ਕਰਦੇ ਹਾਂ ਜੀ। ਤਾਂ ਪਰ ਜਿਹੜੇ ਉਹ ਤਿੰਨਾਂ ਨੇ ਅਪੋਜ਼ ਵੀ ਕਰਿਆ, ਚਲੋ 12 ਨੇ ਅਪਰੂਵ ਕਰਿਆ ਜੀ, 12-3 ਦੀ ਰੇਸ਼ੋ ਆ ਜੀ, ਤੇ ਉਹ 3 ਮੈਨੂੰ ਸਮਝ ਨਹੀਂ ਆਉਂਦੀ ਵੀ ਕਾਹਤੋਂ। ਇਹ ਹੋ ਸਕਦਾ ਕਿਉਂਕਿ ਉਹ ਸੋਚਦੇ ਨੇ ਕਿ ਸ਼ਾਇਦ ਸਿਟੀ ਦੇ ਉੱਪਰ ਇਹ ਬਹੁਤ ਜ਼ਿਆਦਾ ਪ੍ਰੈਸ਼ਰ ਪਏਗਾ, ਕਿਉਂਕਿ ਸਿਟੀ ਦਾ ਕਹਿਣਾ ਹੈ ਕਿ ਜਿਹੜੀ ਇਹ ਹਾਊਸਿੰਗ ਸਟ੍ਰੈਟਜੀ ਹੈ ਇਹ ਕੈਲਗੇਰੀਅਨਸ ਨੂੰ ਘੱਟੋ ਘੱਟ $60 ਮਿਲੀਅਨ ਤੱਕ ਜਿਹੜੀ ਹੈ ਕਾਸਟ ਕਰੇਗੀ, ਜਿਸ ਦੇ ਵਿੱਚ 27 ਮਿਲੀਅਨ ਈਅਰਲੀ ਹੈ ਔਰ $10 ਮਿਲੀਅਨ ਜਿਹੜਾ ਹੈ ਉਹ ਪਰ ਈਅਰ ਦਾ ਜਿਹੜਾ ਖਰਚਾ ਦੱਸਿਆ ਗਿਆ ਹੈ। ਹੋ ਸਕਦਾ ਹੈ ਇਹ ਕਾਰਨ ਹੋਵੇ, ਉਹ ਕਹਿੰਦੇ ਹੁਣ ਕਿ ਇਹ ਜਿਹੜਾ ਖਰਚਾ ਹੈ ਉਹ ਉੱਪਰ ਪੈ ਜਾਣਾ, ਇਹਨੂੰ ਹੁਣ ਜਿਹੜਾ ਪ੍ਰੈਜ਼ੈਂਟ ਸਿਚੁਏਸ਼ਨ ਹੈ ਇਹਨੂੰ ਹੀ ਸਹੀ ਕਰਕੇ ਜੇ ਕੰਮ ਚਲਾਇਆ ਜਾ ਸਕੇ। ਪਰ ਮੈਨੂੰ ਲੱਗਦਾ ਕਿ ਜਿਹੜੇ ਮੋਸਟਲੀ ਉੱਥੇ ਹੋਰ ਜਿਹੜੇ ਲੋਕ ਨੇ ਕਾਉਂਸਲ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਭਾਵੇਂ 60 ਮਿਲੀਅਨ ਲੱਗ ਜਾਣ ਬਟ ਇਹ ਕੰਮ ਕਰਨਾ ਜ਼ਰੂਰੀ, ਕਿਉਂਕਿ ਹਾਊਸਿੰਗ ਮੈਨੂੰ ਲੱਗਦਾ ਭਾਜੀ ਅਫੋਰਡੇਬਿਲਿਟੀ ਔਰ ਇਸ ਦੇ ਨਾਲ ਜਿਹੜੇ ਇਹ ਸਾਰੀ ਜਿਹੜੀ ਸਟ੍ਰੈਟਜੀ ਹੈ ਇਹਦੇ ਉੱਪਰ ਕੰਮ ਕਰਨਾ ਮੈਨੂੰ ਲੱਗਦਾ ਸਾਲ 1.5 ਸਾਲ ਲੇਟ ਨਹੀਂ ਹੋ ਗਏ ਜਾਂ ਪਹਿਲਾਂ ਕਰ, ਚਲੋ ਦੇਰ ਆਈ ਦੁਰਸਤ ਆਈ, ਟਾਈਮ ਲੱਗੂਗਾ ਜੀ, ਸਾਲ 1.5 ਸਾਲ ਨਹੀਂ ਮੇਰਾ ਖਿਆਲ, ਨਹੀਂ ਪਹਿਲਾਂ ਕਰ ਲੈਣਾ ਚਾਹੀਦਾ। ਹਾਂ ਬਿਲਕੁਲ, ਪਰ ਪਹਿਲਾਂ ਕਿਵੇਂ ਕਰਦੇ ਜਦੋਂ ਹੁਣ ਪ੍ਰੋਬਲਮ ਤਾਂ ਹੋਣਾ ਹੀ ਹੈ, ਕਿਉਂਕਿ ਲੋਕ ਤਾਂ ਭਾਜੀ ਹੁਣ ਗੱਡੀਆਂ ਸੌਣ ਲੱਗ ਗਏ, ਉਹ ਨਾ ਸੌਂਦੇ ਮਤਲਬ ਨਹੀਂ ਦੇਖੋ ਸ਼ਵੀ ਜੀ, ਜਦੋਂ ਇਉਂ ਪ੍ਰੋਬਲਮ ਆਉਂਦੀ ਹੈ ਨਾ ਪਹਿਲਾਂ ਨਹੀਂ ਪਤਾ ਲੱਗਦਾ। ਹੁਣ ਇੱਕਦਮ ਜਿਹੜੀ ਸਿਚੁਏਸ਼ਨ ਹੈ, ਦੇਖੋ ਕੈਲਗਰੀ ਦੇ ਵਿੱਚ ਜਿਹੜੀ ਹਾਊਸਿੰਗ ਮਾਰਕੀਟ ਹੈ ਉਹ ਕਦੇ ਵੀ ਇਹ ਸਿਚੁਏਸ਼ਨ 'ਚ ਨਹੀਂ ਪਹੁੰਚੀ। ਹਾਂਜੀ ਹਾਂਜੀ, ਮੈਂ ਇੱਕ ਵਾਰੀ ਨਾ ਤੁਹਾਨੂੰ ਯਾਦ ਹੋਣਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰੀ ਸੀ ਵੀ 1981 ਚ ਜੀ $1 ਦਾ ਘਰ ਬੰਦਾ ਲੈ ਸਕਦਾ ਜੀ। ਉਦੋਂ ਪਹਿਲਾਂ ਜੇ ਆਪਾਂ 79 ਚਲੇ ਜਾਈਏ, 79-80 ਦੀ ਗੱਲ ਕਰੀਏ ਤਾਂ ਉਦੋਂ ਬਹੁਤ ਤੇਜ਼ ਸੀ ਮਾਰਕੀਟ ਜੀ, ਬਹੁਤ ਤੇਜ਼ ਮਾਰਕੀਟ ਇੱਕਦਮ ਤੇਜ਼ ਫਾਸਟ ਹੋਈ ਤੇ ਉਹ ਸਾਲ ਦੇ ਵਿੱਚ ਡਾਊਨ ਹੋ ਗਈ। ਉਹ ਜਦੋਂ ਤੇਜ਼ ਹੋਈ ਸੀ ਉਦੋਂ ਪ੍ਰਾਈਸਾਂ ਵੱਧ ਗਈਆਂ ਜੀ, ਵਧਣ ਤੋਂ ਬਾਅਦ ਪ੍ਰਾਈਸਾਂ ਡ੍ਰੌਪ ਹੋ ਗਈਆਂ ਤੇ ਲੋਕਾਂ ਦੀ ਜਿਹੜੀ ਮੌਰਗੇਜ ਪੇਮੈਂਟ ਕਰਨੀਆਂ ਦੇਣੀਆਂ ਔਖੀਆਂ ਹੋ ਗਈਆਂ, ਬਿਕਾਜ਼ ਉਦੋਂ ਇੰਟਰਸਟ ਰੇਟ ਵੀ 22% ਦੇ ਰੇਟ ਸੀ। ਹੁਣ ਉਹੀ ਸੇਮ ਸਿਚੁਏਸ਼ਨ ਇੱਥੇ ਹੋਈ ਆ ਪਿਛਲੇ ਸਾਲ ਜੀ 22 ਚ ਜੀ, 22 ਦੇ ਵਿੱਚ ਕੈਲਗਰੀ ਨੇ ਜੰਪ ਕਰਿਆ ਥੋੜਾ ਜਿਹਾ, ਉਹ 2 ਤੋਂ 3 ਮਹੀਨੇ ਰਿਹਾ, ਉਦੋਂ ਮਗਰੋਂ ਫੇਰ ਸਲੋ ਡਾਊਨ ਹੋ ਗਿਆ ਜੀ, ਉਹ 2-3 ਮਹੀਨੇ ਫੇਰ ਸਲੋ ਡਾਊਨ, 4 ਮਹੀਨੇ ਰਿਹਾ, ਸ਼ਾਇਦ 6 ਮਹੀਨੇ ਰਿਹਾ, ਤੇ ਉਦੋਂ ਬਾਅਦ ਫਿਰ ਜਦੋਂ ਹੌਲੀ ਹੌਲੀ ਉੱਠਣ ਲੱਗਿਆ ਤੇ ਹੁਣ ਉਹ ਸਪੀਡ ਹੀ ਫੜੀ ਵੀ ਆ, ਹੁਣ ਪਿੱਛੇ ਆਉਣ ਦਾ ਨਾਂ ਨਹੀਂ ਲੈ ਰਿਹਾ। ਸੋ ਇਹ ਜਿਹੜੀ ਸਿਚੁਏਸ਼ਨ ਹੈ ਨਾ ਇਹ ਅਨਐਕਸਪੈਕਟਡ ਹੈ,
ਬਿਲਕੁਲ ਅਚਾਨਕ ਆ ਗਈ, ਪਰ ਚਲੋ ਘੱਟੋ ਘੱਟ ਇਹਦੇ ਬਾਰੇ ਗੱਲਬਾਤ ਹੋ ਰਹੀ ਹੈ ਕਾਉਂਸਲ ਦੇ ਵਿੱਚ। ਇਹਦਾ ਜਿਹੜਾ ਕਹਿ ਲਓ ਹੱਲ ਹੈ ਉਹ ਲੱਭਣੇ ਸ਼ੁਰੂ ਹੋ ਗਏ ਨੇ। ਤੇ ਵੈਸੇ ਦੇਖਿਆ ਜਾਵੇ ਤਾਂ 60 ਮਿਲੀਅਨ ਬਹੁਤ ਵੱਡੀ ਅਮਾਊਂਟ ਹੈ, ਪਰ ਉਦਾਂ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਲਾਏ ਵੀ ਜਾ ਸਕਦਾ ਨੇ। ਸੋ ਇਹਦੇ ਨਾਲ ਦੀ ਹੀ ਮਿਲਦੀ ਜੁਲਦੀ ਇੱਕ ਖਬਰ ਜਿਹੜੀ ਹੈ, ਇੱਕ ਜਿਹੜਾ ਕ੍ਰਾਈਸਿਸ ਆਇਆ ਹੋਇਆ, ਪਰ ਐਲਬਰਟਾ ਤੋਂ ਆਪਾਂ ਜੇ ਤੁਰ ਕੇ ਪਹੁੰਚੀਏ ਜਾਂ ਹਵਾਈ ਜਹਾਜ਼ 'ਚ ਜਾਂ ਆਪਣੀ ਫਲਾਈਂਗ ਕਾਰ ਦੇ ਵਿੱਚ ਤੁਹਾਨੂੰ ਓਨਟਾਰੀਓ ਲੈ ਕੇ ਜਾਇਆ ਜਾਵੇ ਭਾਜੀ, ਉੱਥੇ ਜਿਹੜੇ ਇੱਕ ਰਿਪੋਰਟ ਆਈ ਹੈ ਉਹਨਾਂ ਨੇ ਜਾਰੀ ਕੀਤੀ ਹੈ, ਜਿੱਥੇ ਲੈਂਡਲੋਰਡਸ ਨੇ ਕਹਿ ਲਓ ਕਿ ਇਨਫ ਇਜ਼ ਇਨਫ, ਬਹੁਤ ਜ਼ਿਆਦਾ ਸਹਿ ਲਿਆ ਕਰ ਲਿਆ, ਔਰ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਜਾਂ ਜਾ ਕੇ ਰਿਪੋਰਟਸ ਦਿੱਤੀਆਂ ਨੇ ਜਿੱਥੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਪੇਮੈਂਟਾਂ ਹੀ ਨਹੀਂ ਮਿਲ ਰਹੀ। ਦੇਖੋ ਸ਼ਵੀ ਜੀ, ਮਤਲਬ ਰੈਂਟ ਹੀ ਨਹੀਂ ਮਿਲ ਰਿਹਾ। ਜਦੋਂ ਜੇ ਤੁਸੀਂ ਲੀਗਲ ਤਰੀਕੇ ਦੇ ਨਾਲ ਸਾਰਾ ਕੁਝ ਕਰਦੇ ਆ ਨਾ, ਤੇ ਉਹਦੇ ਚ ਪੋਸੀਬਿਲਿਟੀ ਹੈਗੀ ਆ ਵੀ ਤੁਸੀਂ ਉਹ ਨੋਟਿਸ ਵੀ ਦੇ ਸਕਦੇ ਆ ਕਿਰਾਏਦਾਰਾਂ ਨੂੰ। ਹੁਣ ਇਹ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਨੋਟਿਸ ਦਿੱਤਾ ਜਾਂ ਕਾਹਤੋਂ ਨਹੀਂ ਦਿੱਤਾ। ਜੇ ਨੋਟਿਸ ਦੇ ਵੀ ਦਿੰਨੇ ਆ ਤੇ ਉਸ ਤੋਂ ਬਾਅਦ ਫੇਰ ਜਿਹੜਾ ਕਿਰਾਏਦਾਰ ਹੈਗਾ ਉਹ ਨੋਟਿਸ ਨੂੰ ਨਹੀਂ ਫੋਲੋ ਕਰਦਾ, ਇਹਦਾ ਪ੍ਰੋਸੈਸ ਹੈ। ਪ੍ਰੋਸੈਸ ਇਹ ਹੈ ਵੀ ਜਦੋਂ ਤੁਹਾਨੂੰ ਕਿਰਾਇਆ ਨਹੀਂ ਮਿਲਦਾ ਤੁਸੀਂ ਨੋਟਿਸ ਦਿਓ, ਜਦੋਂ ਨੋਟਿਸ ਦਾ ਟਾਈਮ ਲੰਘ ਗਿਆ ਉਹ ਫਿਰ ਤੁਸੀਂ ਜਿਹੜੀ ਹੈਗੀ ਹੈ ਨਾ ਟੈਨੈਂਸੀ ਬੋਰਡ, ਉਹਦੇ ਜਾ ਕੇ ਕੰਪਲੇਨ ਕਰੋ। ਸੋ ਕਈ ਵਾਰੀ ਕੀ ਹੁੰਦਾ ਨਾ, ਜਿਹੜੇ ਸਪੈਸ਼ਲੀ ਮੈਂ ਜੇ BC ਦੀ ਗੱਲ ਕਰਾਂ ਤਾਂ BC ਦੇ ਵਿੱਚ ਜਿਹੜੇ ਟੈਨੈਂਟਸ ਆ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਰਾਈਟਸ ਦਿੱਤੇ ਗਏ ਆ। ਹਾਂਜੀ, ਜਿਹੜੀ ਪ੍ਰਾਪਰਟੀ ਓਨਰ ਹੈ ਨਾ, ਦੇਖੋ ਪ੍ਰਾਪਰਟੀ ਓਨਰ ਨੂੰ ਮੈਨੂੰ ਲੱਗਦਾ ਭਾਜੀ ਆਲ ਓਵਰ ਕੈਨੇਡਾ ਹੀ ਹੈ ਬਹੁਤ ਜ਼ਿਆਦਾ ਨਹੀਂ ਫਰਕ ਹੈ। ਅੱਛਾ, BC ਤੇ ਅਲਬਰਟਾ ਦਾ ਬਹੁਤ ਫਰਕ ਹੈ। ਤੇ ontario ਦਾ ਮੈਨੂੰ ਪੂਰੀ ਨੌਲੇਜ ਨਹੀਂ ਗੀ। ਸੋ ਜਿਹੜੀ ਇੱਕ ਖਬਰ ਆ ਜਿਹੜੀ ਆਪਾਂ ontario ਦੀ ਸ਼ੇਅਰ ਕਰਦੇ ਹਾਂ, ਪਰ BC ਚ ਜਿਹੜਾ ਨਾ ਟੈਨੈਂਟ ਹੈ ਜਿਹੜਾ ਉਹਨੂੰ ਬਹੁਤ ਰਾਈਟਸ ਹੈ। ਹਾਂਜੀ, ਇੱਕ ਲੈਂਡਲੋਰਡ ਹੈ ਦੇਖੋ ਜਿਹੜਾ ਐਵਰੇਜ 7 ਤੋਂ 8 ਲੱਖ ਡਾਲਰ ਲਾਉਂਦਾ ਜੀ ਘਰ ਕਿਰਾਏ ਤੇ, ਜਿਹੜਾ ਘਰ ਲੈਣ ਤੇ, ਉਹਦੇ ਵਿੱਚ ਆਲਰੇਡੀ ਟੈਨੈਂਟ ਬੈਠਾ ਜੀ। ਇਵੇਂ ontario ਚ ਹੋਊਗਾ। ਹਾਂਜੀ, ਤੇ ਉਹ ਟੈਨੈਂਟ ਹੈ ਨਾ ਜਿਹੜਾ ਬੈਠਾ, ਉਹਨੂੰ ਜਿਹੜਾ ਨਵਾਂ ਲੈਂਡਲੋਰਡ ਆ ਉਹਨੂੰ ਉਠਾ ਨਹੀਂ ਸਕਦਾ। ਤੁਹਾਨੂੰ ਮੈਂ ਇਸ ਕੇਸ ਦੇ ਬਾਰੇ ਥੋੜੀ ਜਿਹੀ ਇੱਕ ਜਾਣਕਾਰੀ ਦੇਵਾਂ। ਇੱਕ ਕਿਸੇ ਨੇ ਕੰਪਲੇਂਟ ਪਾਈ ਹੈ, ਕੌਣ ਹੈ ਉੱਥੇ? ਮੈਂ ਤੁਹਾਨੂੰ ਇੱਕ ਮਿੰਟ ਦਿਓ ਮੈਨੂੰ। ਸੋ ਉਹ ਜਿਹੜਾ ਟੈਨੈਂਟ ਹੈ ਨਾ, ਉਹਨੂੰ ਤੁਸੀਂ ਉਠਾ ਨਹੀਂ ਸਕਦੇ। ਉਹਨੂੰ ਜਿਹੜਾ ਪ੍ਰੋਸੈਸ ਆ, ਜੇ ਸਪੋਜ਼ ਕਰੋ ਪੁਰਾਣੇ ਟੈਨੈਂਟ ਨਾਲ ਉਹਨੇ 1 ਸਾਲ ਦੀ ਲੀਜ਼ ਕਰੀ ਆ ਤੇ ਉਹ ਲੀਜ਼ ਦਾ ਟਾਈਮ ਰਹਿੰਦਾ, ਫਿਰ ਤਾਂ ਉਹ ਜਮਾ ਹੀ ਨਹੀਂ ਹਟਾ ਸਕਦਾ ਉਹਨੂੰ। ਜੇ ਉਹ ਲੀਜ਼ ਨੰਗੀ ਵੀ ਆ, ਉਹ ਲੀਜ਼ ਲੰਘਣ ਤੋਂ ਬਾਅਦ ਫਿਰ ਮੰਥ ਟੂ ਮੰਥ ਹੋ ਜਾਂਦਾ ਜੀ। ਫਿਰ ਉਹ ਜਿਹੜਾ ਨਵਾਂ ਓਨਰ ਹੈ ਨਾ, ਉਹਨੂੰ ਪੁਰਾਣੇ ਓਨਰ ਨੂੰ ਕਹਿ ਕੇ ਟੈਨੈਂਟ ਨੂੰ 60 ਦਿਨ ਦਾ ਨੋਟਿਸ ਦਿੰਦਾ, ਫਿਰ ਉਹਨੂੰ ਤੁਸੀਂ ਮੂਵ ਕਰ ਸਕਦੇ ਜੀ। ਹਾਂ, ਹੁਣ ਤੁਸੀਂ ਦੱਸੋ। ਸੋ ਇਹ ਜਿਹੜਾ ਕੇਸ ਹੈ, ਤੁਸੀਂ ਬਿਲਕੁਲ ਸਹੀ ਕਿਹਾ, ਜਿਹੜੇ ਰਾਈਟਸ ਨੇ ਕਈ ਵਾਰ ਟੈਨੈਂਟ ਕੋਲ ਇੰਨੇ ਜ਼ਿਆਦਾ ਹੁੰਦੇ ਨੇ ਕਿ ਬੰਦਾ ਕਰੇ ਤਾਂ ਕਰੇ ਕੀ। ਇਸ ਦੇ ਵਿੱਚ ਇੱਕ ਐਸਾ ਕੇਸ ਆਇਆ ਜੋ ਕੋਰਟ ਦੇ ਵਿੱਚ ਬਾਰ-ਬਾਰ ਪਹੁੰਚ ਰਿਹਾ। ਇੰਟਰਸਟਿੰਗਲੀ ਇਦਾਂ ਹੈ ਕਿ 2021 ਤੋਂ ਬਾਅਦ ਇੱਕ ਉੱਥੇ ਸਾਹਿਬ ਨੇ, ਉਹਨਾਂ ਨੇ ਇੱਕ ਨਾ ਕੌਂਡੋ ਲੈ ਲਿਆ, ਕਹਿੰਦੇ ਆਪਣੀ ਰਿਟਾਇਰਮੈਂਟ ਲਈ ਬਚਾ ਕੇ ਚਲੋ ਮੈਂ ਲੈ ਲਿਆ ਜੀ। ਤੇ 1 ਬੈਡਰੂਮ ਕੌਂਡੋ ਟੋਰਾਂਟੋ ਉਹਨਾਂ ਨੇ ਪਰਚੇਸ ਕੀਤਾ, ਇੱਕ ਇਨਵੈਸਟਮੈਂਟ ਪ੍ਰੋਪਰਟੀ, ਔਰ ਉਹਨਾਂ ਨੇ ਕਿਹਾ ਕਿ ਚਲੋ ਮੇਰੇ ਖਰਚੇ ਥੋੜੇ ਜਿਹੇ ਪੂਰੇ ਕਰ ਦੇਗਾ। ਪਹਿਲੇ ਸਾਲ ਟੈਨੈਂਟ ਨੇ ਪੈਸੇ ਦਿੱਤੇ ਜੀ, ਪੂਰੇ ਰੈਂਟ ਦਿੰਦਾ ਰਿਹਾ, ਔਰ ਫੈਬਰਵਰੀ 2021 ਤੋਂ ਬਾਅਦ ਉਹਨੇ ਰੈਂਟ ਦੇਣਾ ਅਚਾਨਕ ਬੰਦ ਕਰਤਾ। ਠੀਕ ਹੈ, ਕਈ ਨੋਟਿਸ ਸਭ ਕੁਝ ਕੀਤਾ, ਔਰ 34,000 ਤੋਂ ਵੱਧ ਗਿਆ ਜੀ ਹੁਣ ਜਿਹੜੀ ਪੇਮੈਂਟ ਆ ਦੇਣ ਵਾਲੀਆਂ ਨੇ, ਤੇ ਉਹ ਨਹੀਂ ਦੇ ਰਿਹਾ ਤੇ ਕੁਝ ਨਹੀਂ ਕਰ ਪਾ ਰਹੇ। ਔਰ ਇੰਨੇ ਕੁ ਜ਼ਿਆਦਾ ਇਦਾਂ ਦੇ ਕੇਸਿਸ ਨੇ ontario ਦੇ ਵਿੱਚ ਕਿ ਜਿਹੜਾ ਕੰਪਲੇਂਟਸ ਦਾ ਬੈਕਲੌਗ ਹੈ ਉਹ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਕੋਰਟ ਤੱਕ ਪਹੁੰਚ ਹੀ ਨਹੀਂ ਪਾ ਰਿਹਾ। ਜੇ ਸਿਰਫ ਇਸ ਕੇਸ ਦੀ ਗੱਲ ਕਰੀਏ ਕਿ ਉਹਨਾਂ ਨੇ ਆਪਣੀ ਜਿਹੜੀ ਕੰਪਲੇਂਟ ਕੀਤੀ ਸੀ ਉਹ ਅਪ੍ਰੈਲ 2021 ਦੇ ਵਿੱਚ ਕੀਤੀ ਸੀ, ਪਹਿਲੀ ਹੀਅਰਿੰਗ ਹੋਈ ਜੀ ਫੈਬਰਵਰੀ 2022 ਦੇ ਵਿੱਚ, ਪਰ ਕਹਿੰਦੇ ਨੇ ਜਿਹੜਾ ਟ੍ਰਿਬਿਊਨਲ ਸੀ ਉਹ ਉਸ ਦਿਨ ਟਾਈਮ ਤੋਂ ਕਹਿੰਦੇ ਨੇ ਸਾਡਾ ਟਾਈਮ ਮੁੱਕ ਗਿਆ ਜੀ, ਤੇ ਤੁਹਾਡਾ ਕੇਸ ਜਿਹੜਾ ਅਡਜਰਨਡ ਹੈ। ਔਰ ਅਗਲੀ ਹੀਅਰਿੰਗ ਮਿਲੀ ਜੀ ਅਗਸਤ 2023 ਦੇ ਵਿੱਚ, ਔਰ ਉਸ ਦੇ ਵਿੱਚ ਕਹਿੰਦੇ ਨੇ ਉਹਨਾਂ ਦੀ ਫਾਈਲ ਦੇ ਵਿੱਚ ਕੋਈ ਮਿਸਟੇਕ ਹੋ ਗਈ ਸੀ। ਉਹ ਜਿਹੜੀ ਤਰੀਕ ਹੈ ਉਹ ਵੀ ਤਾਰੀਖ ਪੇ ਤਾਰੀਖ ਜਿਹੜੀ ਸਨੀ ਦਿਓਲ ਸਾਹਿਬ ਕਹਿੰਦੇ ਨੇ ਨਾ, ਉਹ ਇਹਨਾਂ ਨਾਲ ਹੋ ਰਿਹਾ, ਔਰ ਇਹਨਾਂ ਵਰਗੇ ਕਈ ਕੇਸਿਸ ਦੇ ਨਾਲ ਹੋ ਰਿਹਾ। ਹੁਣ ਅਗਲੀ ਜਿਹੜੀ ਇੱਦਾਂ ਦੀ ਜਿਹੜੀ ਉਹਨਾਂ ਨੂੰ ਤਰੀਕ ਮਿਲੇਗੀ ਤੇ ਇਹਨਾਂ ਨੂੰ ਇਨਸਾਫ ਮਿਲੇਗਾ ਕਿ ਨਹੀਂ, ਕਿਉਂਕਿ ਜਿਹੜਾ ਟੈਨੈਂਟ ਆਰਾਮ ਨਾਲ ਰਹੀ ਜਾਂਦਾ ਜੀ ਉੱਥੇ। ਦੇਖੋ ਉਹਦੇ ਚ ਜਿਹੜੀ ਹੈ ਨਾ, ਉਹਦੇ ਚ ਜਿਹੜੀ ਗੌਰਮੈਂਟ ਦਾ ਕਸੂਰ ਹੈ। ਜਦੋਂ ਕਿਰਾਇਆ ਤੁਹਾਨੂੰ ਨਹੀਂ ਮਿਲ ਰਿਹਾ ਜੀ, ਜਿਹੜਾ ਲੈਂਡਲੋਰਡ ਹੈ ਉਹਨੇ ਪੇਮੈਂਟ ਕਿੱਥੋਂ ਦੇਣੀ ਹੈ? ਉਹੀ ਤਾਂ ਗੱਲ ਹੈ, ਉਹੀ ਤਾਂ ਉਹ ਕਹਿ ਰਹੇ, ਰਾਈਟ? ਹਾਂਜੀ। ਇਹ ਦੇਖੋ, ਇਹ
ਮੈਂ ਜਿਹੜੀ ਗੱਲ ਸ਼ੁਰੂ ਚ ਕਰੀ ਸੀ ਜੀ ਵੀ BC ਦੇ ਵਿੱਚ ਜਿਹੜੇ ਟੈਨੈਂਟ ਨੂੰ ਰਾਈਟ ਗਵਰਨਮੈਂਟ ਨੇ ਬਹੁਤ ਜ਼ਿਆਦਾ ਦਿੱਤੇ ਵੇ ਤੇ ਐਵੇਂ ਇਹ ਅੰਟੇਰੀਓ ਦੀ ਸਿਚੁਏਸ਼ਨ ਲੱਗਦੀ ਹੈ। ਬਿਲਕੁਲ 38,000 ਤੋਂ ਜ਼ਿਆਦਾ ਅਨਸੁਨੇ ਨਹੀਂ ਅਨਸੁਨੇ ਕੇਸਿਸ ਨੇ ਜੀ, ਜਿਸ ਦੇ ਵਿੱਚ ਅਨਹਰਡ ਕੇਸਿਸ ਜਿਹਨੂੰ ਕਹਿੰਦੇ ਆਪਾਂ 90% ਤੋਂ ਜ਼ਿਆਦਾ ਜਿਹੜੀ ਕੰਪਲੇਂਟਸ ਨੇ ਉਹ ਲੈਂਡਲੌਰਡ ਦੇ ਵੱਲੋਂ ਨੇ, 10% ਟੈਨੈਂਟਸ ਵੱਲੋਂ ਨੇ। ਇਹਦੇ ਤਾਂ ਦੇਖੋ ਸ਼ਰੇਆਮ ਹੀ ਜਿਹੜੀ ਗਵਰਨਮੈਂਟ ਜਾਂ ਕੋਰਟ ਜੀ ਜਾਂ ਜਿਹੜੀ ਟੈਨੈਂਸੀ ਬੋਰਡ ਹੈ ਉਹਨਾਂ ਦਾ ਕਸੂਰ ਹੈ। ਜੀ 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 ਔਰ ਇਹ ਕਹਿੰਦੇ ਨੇ ਕਿ ਜੇ ਇਹੀ ਇਦਾਂ ਦੇ ਕੇਸਿਸ ਜੇ ਅੱਜ ਤੋਂ ਕਈ 4-5 ਸਾਲ ਪਹਿਲਾਂ ਹੁੰਦੇ ਜਾਂ 10 ਸਾਲ ਪਹਿਲਾਂ ਹੁੰਦੇ ਤੇ ਉਹ ਵਿਦਨ ਅ ਵੀਕ ਕੁਝ ਹਫ਼ਤਿਆਂ ਦੇ ਵਿੱਚ ਹੀ ਇਹ ਸੋਲਵ ਕਰ ਦਿੱਤੇ ਜਾਂਦੇ ਸੀ। ਪਰ ਹੁਣ ਸਮਝ ਨਹੀਂ ਆ ਰਹੀ ਕਿ ਬੈਕਲੌਗ ਦੇ ਕਾਰਨ ਹੈ, ਸਿਸਟਮ ਦੇ ਕਾਰਨ ਹੈ, ਕੀ ਇਦਾਂ ਦਾ ਕਾਰਨ ਹੈ ਕਿ ਇਹਨਾਂ ਨੂੰ ਹੁਣ ਖਬਰਾਂ ਦੇ ਵਿੱਚ ਫੇਰ ਤਾਂ ਸੌਖਾ ਹੀ ਆ, ਆਪਾਂ ਵੀ ਉੱਥੇ ਚੱਲਦੇ ਆ, ਆਪਾਂ ਵੀ ਇੱਕ ਲੈ ਲੈਨੇ ਘਰ ਰੈਂਟ ਤੇ ਜਾ ਕੇ ਚੈਨਲ ਉੱਥੇ ਵੀ ਖੋਲ ਲੈਂਦੇ। ਸਹੀ ਗੱਲ ਹੈ, ਘਰੋਂ ਚਲਾਉਂਦੇ ਆ ਜੀ ਉੱਥੇ। 1 ਬੈਡਰੂਮ ਅਪਾਰਟਮੈਂਟ ਮੁੱਕਦਾ ਨਹੀਂ, ਕਹਿੰਦੇ ਨੇ ਟਾਰੇ ਚ ਪ੍ਰਾਪਰਟੀ ਬੜੀ ਮਹਿੰਗੀ ਹੈ ਪਰ ਰੈਂਟ ਤੇ ਲਓ ਤਾਂ ਸਸਤੀ ਹੈ। ਕਿਰਾਇਆ ਦੇਣ ਦੀ ਲੋੜ ਨਹੀਂ ਹੋਈ ਤਾਂ ਮੈਂ ਕਹਿਣਾ ਰੈਂਟ ਤੇ ਲਓ ਤਾਂ ਸਸਤੀ ਹੈ। ਪਰ ਇਹ ਬੜੀ ਕੰਸਰਨ ਕਰਨ ਵਾਲੀ ਜਿਹੜੀ ਖਬਰ ਹੈ, ਬਹੁਤ ਸੀਰੀਅਸ ਪ੍ਰੋਬਲਮ ਹੈ ਜੀ। ਦੇਖੋ ਜਿਹੜਾ ਬੰਦਾ ਪੈਸੇ ਲਾ ਕੇ ਪ੍ਰਾਪਰਟੀ ਲੈ ਰਿਹਾ ਉਹਦੀਆਂ ਪੇਮੈਂਟਾਂ ਕਰ ਰਿਹਾ ਜੀ, ਉਹਦੇ ਜਿਹੜੇ ਪ੍ਰਾਪਰਟੀ ਟੈਕਸਸ ਪੇ ਕਰ ਰਿਹਾ ਜੀ, ਉਹਦੀ ਕੋਈ ਸੁਣਵਾਈ ਨਹੀਂ। ਬਹੁਤ ਜ਼ਿਆਦਾ ਜੀ। ਹਾਂਜੀ ਹਾਂਜੀ। ਸੋ ਇਹ ਮੈਨੂੰ ਲੱਗਦਾ ਕਿ ਹੁਣ ਕਦੋਂ ਡਗ ਫੋਰਡ ਨੂੰ ਮੇਰਾ ਹਾਲ ਆਪਾਂ ਸਪੈਸ਼ਲ ਚਿੱਠੀ ਲਿਖੀਏ। ਉਹਨਾਂ ਕੋਲ ਵੈਸੇ ਹੀ ਬਹੁਤ ਚਿੱਠੀਆਂ, ਵਿਚਾਰੇ ਆਪ ਚਿੱਠੀ ਲਿਖੇ ਜਾਂਦੇ ਨੇ ਅੱਜ ਕੱਲ। ਸੋ ਮੈਨੂੰ ਲੱਗਦਾ ਇਹਦਾ ਇੱਕ ਅਲੱਗ ਬੋਰਡ ਬਣਨਾ ਚਾਹੀਦਾ, ਜਾਂ ਫਿਰ ਇੱਕ ਕਹਿ ਲਓ ਕਿ ਜਿਵੇਂ RCMP ਹੁੰਦੀ ਹੈ ਜਾਂ ਕ੍ਰਾਈਮ ਸਟਾਪਰਸ ਹੁੰਦੇ ਨੇ। ਮੈਨੂੰ ਲੱਗਦਾ ਕਿ ਘਰਾਂ ਦੇ ਕ੍ਰਾਈਸਿਸ ਜਾਂ ਰੈਂਟ ਦੇ ਕ੍ਰਾਈਸਿਸ ਇੰਨੇ ਕੁ ਜ਼ਿਆਦਾ ਵੱਧ ਗਏ ਨੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਇੱਕ ਇਹਦਾ ਡਿਪਾਰਟਮੈਂਟ ਸ਼ਾਇਦ ਪੋਸੀਬਲ ਬਣਾਇਆ ਜਾਵੇ ਜੀ। ਕੈਲਗਰੀ ਵਾਪਸ ਪਰਤਦੇ ਆ ਭਾਜੀ। ਇੱਥੇ ਜਿਹੜੇ ਕੇਸਿਸ ਨੇ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਨੇ, ਈ ਕੋਲਾਈ ਦੇ ਜਿਹੜੇ ਕੇਸਿਸ ਨੇ, ਔਰ ਜਿੱਥੇ ਜਿਹੜੇ ਲਾਸਟ ਰਿਪੋਰਟ ਦੇ ਵਿੱਚ 342 ਲੈਬ ਕਨਫਰਮਡ ਕੇਸਿਸ ਦੱਸੇ ਗਏ ਸੀ, ਪਰ ਹੁਣ ਇਹ ਮਤਲਬ ਰੁਕਣ ਦਾ ਜਿਹੜਾ ਨਾਂ ਹੀ ਨਹੀਂ ਲੈ ਰਹੇ। ਛਵੀ ਜੀ, ਜਿਹੜਾ ਇਹ ਪ੍ਰੋਬਲਮ ਹੈ ਨਾ ਜੀ, ਇਹ ਪ੍ਰੋਬਲਮ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਕਿਚਨ ਤੋਂ ਫੂਡ ਤੋਂ ਸ਼ੁਰੂ ਹੋਈ ਹੈ ਜੀ। ਹੁਣ ਜਿਹੜੇ ਬੱਚਿਆਂ ਨੂੰ ਹੋ ਗਿਆ ਉਹ ਬੱਚਿਆਂ ਦੇ ਮਾਪਿਓ ਨੂੰ ਹੋ ਗਿਆ ਜੀ, ਮਾਪਿਓ ਤੋਂ ਹੁਣ ਗਾਂ ਦੀ ਗਾਂ ਹੋਰ ਫੈਲ ਜਾਣਾ। ਕਈ ਐਸੇ ਕੇਸਿਸ ਨੇ ਜੋ ਕਿ ਸੈਕੰਡਰੀ ਟ੍ਰਾਂਸਮਿਸ਼ਨ ਤੋਂ ਵੀ ਹੋਏ ਨੇ। ਹਾਂ, ਉਹੀ ਹੈ ਨਾ ਵੀ ਉਹ ਗਾਂ ਦੀ ਗਾਂ ਹੋਰ ਹੋ ਜਾਣਾ। ਹੁਣ ਦੇਖੋ ਇਹ ਸਕੂਲ ਡੇ ਕੇਅਰ ਤਾਂ ਖੋਲਤੇ ਇਹਨਾਂ ਨੇ, ਫਿਰ ਜੀ ਡੇ ਕੇਅਰ ਖੋਲਤੇ ਤੇ ਜਿਹੜੇ ਪੈਸੇ ਉਹਨਾਂ ਨੇ ਦਿੱਤੇ ਆ ਬੱਚਿਆਂ ਦੇ ਮਾਪਿਓ ਨੇ, ਤੇ ਉਹਨਾਂ ਨੂੰ ਜਿਹੜੇ ਡੇ ਕੇਅਰ ਕਹਿੰਦੇ ਵੀ ਅਸੀਂ ਕ੍ਰੈਡਿਟ ਕਰਾਂਗੇ, ਪਰ ਗਵਰਨਮੈਂਟ ਜਿਹੜੀ ਅਲਬਰਟਾ ਗਵਰਨਮੈਂਟ ਆ ਉਹਨੇ ਇਹ ਵੀ ਕਹਿਤਾ ਵੀ ਅਸੀਂ $2,000 ਦੇਵਾਂਗੇ। ਹੁਣ $2,000 ਨਾਲ ਸਾਰਾ ਕਵਰ ਥੋੜਾ ਹੁੰਦਾ। ਇਹ ਪ੍ਰੋਬਲਮ ਆ ਜਿਹੜੀਆਂ ਇਹ ਵਧਣੀਆਂ, ਕੱਲੇ ਪੈਸੇ ਦੀ ਨਹੀਂ। ਮੈਂ ਉਹੀ ਹੋਣਾ ਨਾ ਵੀ ਇਹ ਘਟੜੀਆਂ ਨਹੀਂ, ਪਰ ਮੇਨ ਪ੍ਰੋਬਲਮ ਜਿਹੜੀ ਹੈ ਨਾ ਇਹਨੂੰ ਰੋਕਣ ਦੀ ਹੈ ਵੀ ਇਹ ਕਿਸ ਤਰ੍ਹਾਂ ਰੁਕ ਸਕਦਾ ਹੈ। ਜੀ ਜੀ ਜੀ। ਔਰ ਇਸ ਦੇ ਵਿੱਚ 12 ਜਿਹੜੇ ਪੇਸ਼ੈਂਟਸ ਨੇ ਹਸਪਤਾਲ ਦੇ ਵਿੱਚ ਹੁਣ ਵੀ ਨੇ, 10 ਜਿਹੜੇ ਪੇਸ਼ੈਂਟਸ ਇਹਨਾਂ ਵਿੱਚੋਂ ਉਹਨਾਂ ਨੂੰ ਹਿਊਮੈਲਿਕ ਯੂਰੈਮਿਕ ਸਿੰਡਰੋਮ ਹੈ, ਜਿਹੜਾ ਇੱਕ ਕੰਪਲਿਕੇਸ਼ਨ ਹੈ ਜਿਸ ਨਾਲ ਬਲੱਡ ਔਰ ਕਿਡਨੀਜ਼ ਦੇ ਉੱਪਰ ਇਫੈਕਟ ਹੁੰਦਾ ਹੈ, ਔਰ 6 ਤੋਂ ਜ਼ਿਆਦਾ ਬੱਚੇ ਡਾਇਲਿਸਿਸ ਤੇ ਨੇ ਭਾਜੀ। ਔਰ ਇਸ ਦੇ ਨਾਲ ਜੇ ਹੁਣ ਤੱਕ ਦੀ ਗੱਲ ਕਰੀਏ 37 ਜਿਹੜੇ ਬੱਚੇ ਨੇ ਔਰ ਇੱਕ ਐਡਲਟ ਉਹਨਾਂ ਨੂੰ ਹਸਪੀਟਲਾਈਜ਼ ਕਰ ਚੁੱਕੇ ਨੇ, ਔਰ ਇਸ ਦੇ ਵਿੱਚ ਕਈਆਂ ਨੂੰ ਡਿਸਚਾਰਜ ਯਾਨੀ ਕਿ 26 ਲੋਕਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਹੈ। ਪਰ ਜੇ ਐਲਬਰਟਾ ਚੀਫ ਮੈਡੀਕਲ ਆਫਿਸਰ ਆਫ ਹੈਲਥ ਮਾਰਕ ਜੌਫ ਦੀ ਗੱਲ ਕਰੀਏ ਤੇ ਇਹ ਜਿਹੜਾ ਇੱਕ ਚਿੰਤਾਜਨਕ ਜਿਹੜਾ ਬਹੁਤ ਜ਼ਿਆਦਾ ਵਿਸ਼ਾ ਹੈ, ਔਰ ਇਸ ਦੇ ਉੱਪਰ ਜਿੰਨਾ ਕੁ ਹੋ ਸਕੇ ਉਹ ਕੰਮ ਕਰ ਰਹੇ ਨੇ। ਔਰ ਦੇਖੋ ਜੀ ਕੇਸਿਸ ਘਟਦੇ ਨੇ। ਇਹਦੇ ਛਵੀ ਜੀ ਸਭ ਤੋਂ ਵੱਡੀ ਜਿਹੜੀ ਅਣਗਹਿਲੀ ਹੈ ਨਾ, ਜਿਹੜਾ ਮੈਡੀਕਲ ਆਫਿਸਰ ਮਾਰਕ ਜੀ ਤੇ ਸਾਡੀ ਜਿਹੜੀ ਪ੍ਰੀਮੀਅਰ ਹੈ ਉਹਨਾਂ ਦੀ ਹੈ। ਬਿਕਾਜ਼ ਇਹਨਾਂ ਨੇ ਇਸ ਪਾਸੇ ਜਦੋਂ ਇਹ ਬੱਚਿਆਂ ਦੀ ਸਿਚੁਏਸ਼ਨ ਆਈ ਨਾ ਸ਼ੁਰੂ ਹੋਈ, ਉਹਦੇ ਵੱਲ ਧਿਆਨ ਨਹੀਂ ਦਿੱਤਾ। ਉਹ ਧਿਆਨ ਨਹੀਂ ਦਿੱਤਾ। ਜਦੋਂ ਦੇਖੋ ਇਹੋ ਜੀ ਸਿਚੁਏਸ਼ਨ ਹੋ ਜਾਂਦੀ ਹੈ ਜਿੱਥੇ ਡੇ ਕੇਅਰ ਇੱਕ ਨਹੀਂ, ਦੋ ਨਹੀਂ, 11 ਜੀ, ਨਿੱਕੀ ਮੋਟੀ ਗੱਲ ਨਹੀਂ ਹੈਗੀ। ਇਹ ਬਹੁਤ ਵੱਡੀ ਐਂਡ ਬਹੁਤ ਸੀਰੀਅਸ ਇਸ਼ੂ ਹੈ ਜੀ। ਹੁਣ ਦੇਖੋ ਬੱਚੇ ਨੇ ਜਿਹਨੂੰ ਇਹੋ ਜੀ ਬਿਮਾਰੀ ਲੱਗ ਗਈ, ਜਿਹੜੇ ਡਾਇਲਿਸਿਸ ਤੇ ਆ ਜੀ, ਜੇ ਸਪੋਜ਼ ਕਰੋ ਉਹਨਾਂ ਨੂੰ ਜੋ ਕੁਝ ਬਿਮਾਰੀ ਜੋ ਹੈਗੀ ਆ ਉਹ ਨਹੀਂ
ਕਲੀਅਰ ਹੁੰਦੀ ਤੇ ਉਹ ਸਾਰੀ ਉਮਰ ਵਾਸਤੇ ਉਹਨਾਂ ਨੂੰ ਤਾਂ ਬਿਮਾਰ ਹੋ ਗਏ ਨਾ। ਬਿਲਕੁਲ ਜੀ, ਔਰ ਇਹ ਬੜਾ ਇਫੈਕਟ ਜਦੋਂ ਤੁਹਾਡੇ ਕਿਡਨੀ ਤੇ $2000 ਕੀ ਕਰੂਗਾ ਜੀ ਉਹਨਾਂ ਨੂੰ ਸਾਰੀ ਉਮਰ ਵਾਸਤੇ? ਨਹੀਂ ਜੀ ਨਹੀਂ, ਇਹ ਤਾਂ ਮੈਂ ਕਹਿੰਦਾ ਜਿੰਨਾ ਮਰਜ਼ੀ ਦੇ ਦੇਣ ਪੈਸੇ, ਪਰ ਜਿਹੜਾ ਡਾਇਲਿਸਿਸ ਹੈ ਜਿਹੜੀ ਉਹਨਾਂ ਨੇ ਭੁਗਤਣਾ ਆਪਣੀ ਪੂਰੀ ਜ਼ਿੰਦਗੀ ਭਰ, ਇਹਦਾ ਤਾਂ ਕੋਈ ਮੈਨੂੰ ਲੱਗਦਾ ਨਹੀਂ ਹੋਣਾ ਚਾਹੀਦਾ। ਔਰ ਬੱਚਿਆਂ ਨੂੰ ਜਦੋਂ ਏਦਾਂ ਦੀ ਬਿਮਾਰੀਆਂ ਹੋ ਜਾਂਦੀਆਂ ਨੇ, ਉਹ ਵੀ ਡੇ ਕੇਅਰ ਤੋਂ, ਜਿੱਥੇ ਬੰਦਾ ਬਿਲਕੁਲ ਟੈਨਸ਼ਨ ਫਰੀ ਹੋ ਕੇ ਛੱਡ ਕੇ ਜਾਂਦਾ। ਆਪਾਂ ਦੇਖੋ ਬੱਚੇ ਜਦੋਂ ਛੱਡਦੇ ਆ ਨਾ, ਬੱਚੇ ਛੱਡ ਕੇ ਬੰਦਾ ਕੰਮ ਤੇ ਚਲਾ ਜਾਂਦਾ ਜੀ, ਜਿਵੇਂ ਤੁਸੀਂ ਕਿਹਾ ਟੈਨਸ਼ਨ ਫਰੀ ਜੀ। ਪਰ ਜੇ ਉੱਥੇ ਤੁਸੀਂ ਬੱਚੇ ਛੱਡ ਗਏ ਪਰ ਬੱਚਿਆਂ ਦਾ ਬਾਅਦ ਚ ਜੀ ਧਿਆਨ ਨਹੀਂ ਦਿੱਤਾ ਕਿਸੇ ਨੇ। ਜੀ ਜੀ ਜੀ, ਸੋ ਇਹ ਬੜਾ ਇੱਕ ਅਗੇਨ ਇੱਕ ਚਿੰਤਾ ਦਾ ਵਿਸ਼ਾ ਹੈ, ਜਿਹੜਾ ਕਿ ਰੋਜ਼ ਅਸੀਂ ਜਦੋਂ ਰਿਪੋਰਟ ਪੜ੍ਹਦੇ ਹਾਂ, ਇਹ ਜਿਹੜੇ ਨੰਬਰਸ ਨੇ ਵੱਧਦੇ ਜਾ ਰਹੇ ਨੇ। ਇਸ ਦੇ ਨਾਲ ਜਿਹੜੀ ਚਿੰਤਾਵਾਂ ਨੇ ਪੇਰੈਂਟਸ ਦੀਆਂ, ਔਰ ਕਹਿ ਲਓ ਕੈਲਗਰੀ ਉਹ ਜਿਹੜੀ ਮੈਨੂੰ ਲੱਗਦਾ ਨਾ ਹਾਂਜੀ ਅਪਰੂਵਲ 47% ਸੀਗੀ ਜੀ, ਉਹ ਮੈਨੂੰ ਲੱਗਦਾ ਹੁਣ ਥੋੜੀ ਜਿਹੀ ਘਟੂਗੀ। ਕਿਹੜੀ ਅਪਰੂਵਲ? ਪ੍ਰੀਮੀਅਰ ਦੀ। ਅੱਛਾ ਜੀ, ਜਿਹੜੀ ਪਿੱਛੇ ਰਿਪੋਰਟ ਆਈ ਸੀ। ਦੇਖੋ ਜੀ, ਹੁਣ ਪ੍ਰੀਮੀਅਰ ਦਾ ਚ ਕਸੂਰ ਹੈ ਜਾਂ ਫਿਰ ਜਿਹੜੇ ਹੈਲਥ ਇੰਸਪੈਕਟਰਸ ਵਗੈਰਾ ਨੇ ਜਿਹੜਾ ਉਹਨਾਂ ਨੂੰ ਅਪਰੂਵ ਕੀਤਾ ਸੀ? ਨਹੀਂ, ਜਦੋਂ ਦੇਖੋ ਜਦੋਂ ਕੋਵਿਡ ਹੋਇਆ ਸੀ, ਇਹ ਇਨਵੈਸਟੀਗੇਸ਼ਨ ਤਾਂ ਬਹੁਤ ਤਗੜੀ ਚੱਲੀ। ਜਦੋਂ ਕੋਵਿਡ ਹੋਇਆ ਸੀ ਹਾਂਜੀ, ਉਦੋਂ ਪ੍ਰੀਮੀਅਰ ਤੇ ਡਾਕਟਰ ਆਪਣੇ ਕੀ ਸੀ, ਚੀਫ ਮੈਡੀਕਲ ਆਫੀਸਰ ਹਾਂਜੀ ਡੀਨਾ ਇਨਸ਼ਾ, ਉਹ ਸੀ ਹਾਂਜੀ। ਉਹ ਦੋਨੋਂ ਜਾਣੇ ਜਿਹੜੀ ਐਡਰੈਸ ਕਰ ਦਿੰਦੇ ਸੀ ਪਬਲਿਕ ਪ੍ਰੀਮੀਅਰ ਤੇ ਉਹ। ਹਾਂਜੀ ਹਾਂਜੀ, ਬਿਕਾਜ਼ ਜਿਹੜੀ ਦੇਖੋ ਹੈਲਥ ਹੈ ਨਾ, ਜ਼ਿੰਮੇਵਾਰੀ ਉਹਨਾਂ ਦੀ, ਜ਼ਿੰਮੇਵਾਰੀ ਤਾਂ ਹੈਲਥ ਜਿਹੜੀ ਹੈ ਐਕਚੁਅਲ ਪ੍ਰੀਮੀਅਰ ਦੀ ਹੈ। ਬਿਲਕੁਲ ਬਿਲਕੁਲ, ਜਿਹੜਾ ਮੈਡੀਕਲ ਆਫੀਸਰ ਆ। ਹੁਣ ਤੁਸੀਂ ਬਿਜ਼ਨਸ ਓਨਰ ਹੈ ਜੀ, ਤੁਸੀਂ ਜਦੋਂ ਬਿਜ਼ਨਸ ਓਨਰ ਆ ਸ਼ਵੀ ਜੀ, ਜ਼ਿੰਮੇਵਾਰੀ ਤਾਂ ਤੁਹਾਡੀ ਹੈ ਨਾ। ਮੇਰੇ ਵਰਗੇ ਕਾਮੇ ਤਾਂ ਚਾਹੇ ਕਰਨ ਚ ਕੁਛ ਚਾਹੇ ਨਾ ਕਰਨ, ਤੁਸੀਂ ਫਾਇਰ ਕਰਕੇ ਕਿਸੇ ਨੂੰ ਨਹੀਂ ਮੇਰਾ ਮੈਂ ਐਗਜ਼ਾਮਪਲ ਦਿੰਦਾ, ਜਵਾਬਦੇਹੀ ਤਾਂ ਜਿਹੜਾ ਲੀਡਰ ਹੈ ਉਹ ਹੈ। ਬਿਲਕੁਲ ਬਿਲਕੁਲ, ਪ੍ਰੀਮੀਅਰ ਹੈ ਇੱਥੇ ਲੀਡਰ ਜੀ। ਸੋ ਹੁਣ ਦੇਖੋ ਜੀ, ਮੈਂ ਕਹਿੰਦਾ ਕਿ ਜੋ ਵੀ ਇੱਥੇ ਹੁਣ ਇਸ ਕੇਸ ਦੇ ਵਿੱਚ ਹੋ ਰਿਹਾ, ਛੇਤੀ ਤੋਂ ਛੇਤੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਔਰ ਸਭ ਤੋਂ ਪਹਿਲਾਂ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਬਿਲਕੁਲ ਠੀਕ ਕੀਤਾ ਜਾਣਾ ਚਾਹੀਦਾ। ਉਸ ਤੋਂ ਬਾਅਦ ਸਾਰੀਆਂ ਗੱਲਾਂ ਉਸ ਤੋਂ ਬਾਅਦ ਚ ਹੋਣੀ ਚਾਹੀਦੀਆਂ ਜੀ। ਬਿਲਕੁਲ ਭਾਜੀ, ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕੈਨੇਡਾ ਦੀ। ਇਸ ਤੋਂ ਬਾਅਦ ਚੱਲਦੇ ਹਾਂ ਜੀ ਭਾਰਤ, ਜਿੱਥੇ ਕੈਨੇਡਾ ਨੇ ਗਠਬੰਧਨ ਕਰ ਲਿਆ ਹੈ, ਜਾਂ ਜਿਹੜੇ ਡਿਫੈਂਸ ਮਿਜ਼ਾਈਲਸ ਜਿਹੜੀਆਂ ਨੇ ਉਹ ਭੇਜਣ ਦਾ ਫੈਸਲਾ ਕੀਤਾ ਹੈ ਜੀ ਯੂਕਰੇਨ। ਤੁਹਾਡੀ ਗੱਲ ਮੈਨੂੰ ਲੱਗਦਾ ਇਹਨਾਂ ਨੇ ਮੰਨ ਲਈ ਹੈ, ਕਹਿੰਦੇ ਸੀ ਯੂਕਰੇਨ ਲਈ ਕੁਝ ਕਰਦੇ ਨਹੀਂ। ਦੇਖੋ ਜਿਹੜੀਆਂ ਮਿਸਾਈਲਸ ਹੈ ਨਾ ਕੈਨੇਡਾ ਨੇ ਭੇਜਣੀਆਂ, ਉਹ ਅੱਜ ਤੋਂ ਸਾਲ ਪਹਿਲਾਂ ਭੇਜਣੀਆਂ ਚਾਹੀਦੀਆਂ ਸੀ ਜੇ ਭੇਜਣੀਆਂ ਸੀ ਤਾਂ ਜੀ। ਅਦਰਵਾਈਜ਼ ਹੁਣ ਤਾਂ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਸ਼ਬੀ ਜੀ ਜੀ। ਹੁਣ ਦੇਖੋ ਜਿਹੜਾ ਕੈਨੇਡਾ ਹੁਣ ਤੱਕ ਕਦੇ ਵੀ ਇਸ ਪਾਸੇ ਨਹੀਂ ਹੋਇਆ ਜੀ। ਕੈਨੇਡਾ ਹਮੇਸ਼ਾ ਹੀ ਪੀਸ ਕੀਪਿੰਗ ਦਾ ਰੋਲ ਰਿਹਾ ਕੈਨੇਡਾ ਦਾ ਜੀ, ਤੇ ਪੀਸ ਕੀਪਿੰਗ ਦਾ ਰੋਲ ਵੀ ਕੈਨੇਡਾ ਨੇ ਨਹੀਂ ਕਰਿਆ। ਕੈਨੇਡਾ ਨੇ ਇੱਕ ਤੁਸੀਂ ਲੈ ਆਉਣੇ ਉੱਥੋਂ ਜਿਹੜੇ ਯੂਕਰੇਨੀਅਨ ਆ, ਉਹਨਾਂ ਨੂੰ ਤੁਸੀਂ ਕਹਿ ਦੇਣਾ ਵੀ ਆ ਜਾਓ, ਉਹਨਾਂ ਨੂੰ ਇੱਥੇ ਸੱਦ ਲਿਆ। ਉਹ ਕੋਈ ਠੀਕ ਆ, ਬਹੁਤ ਵਧੀਆ ਕਰਿਆ, ਪਰ ਜਿਹੜੀ ਲੜਾਈ ਉੱਥੇ ਹੁੰਦੀ ਸੀ ਉਹਨੂੰ ਰੋਕਣ 'ਚ ਤਾਂ ਕੁਝ ਨਹੀਂ ਨਾ ਕਰਿਆ। ਚਲੋ ਹੁਣ ਕਰਨ ਦੇਰ ਆਏ ਦੁਰੁਸਤ ਆਏ। ਔਰ ਡਿਫੈਂਸ ਮਿਨਿਸਟਰ ਬਿਲ ਬਲੇਅਰ ਸਾਹਿਬ ਨੇ ਯੂਕੇ ਦੇ ਵਿੱਚ ਕਿਹਾ ਹੈ, ਅਨਾਉਂਸ ਕੀਤਾ ਹੈ ਲੰਘੇ ਵੀਕਐਂਡ, ਕਿ ਕੈਨੇਡਾ ਦੀ $33 ਮਿਲੀਅਨ ਦੀ ਜਿਹੜੀ ਕੰਟਰੀਬਿਊਸ਼ਨ ਹੈ, ਕੈਨੇਡੀਅਨ ਸੋਲਜਰਸ ਜਿਹੜੇ ਨੇ ਉਹ ਹੈਲਪ ਵੀ ਕਰ ਰਹੇ ਨੇ ਯੂਕਰੇਨੀਅਨ ਰਿਕਰੂਟਸ ਨੇ ਉੱਥੇ ਟ੍ਰੇਨਿੰਗ ਕੈਂਪ ਦੇ ਵਿੱਚ। ਔਰ ਇਸ ਦੇ ਨਾਲ ਜਿਹੜਾ ਇਹ ਪੈਸਾ ਹੈ 33 ਮਿਲੀਅਨ, ਉਹ ਆਇਆ ਹੈ $500 ਮਿਲੀਅਨ ਜਿਹੜਾ ਫੰਡ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਹਿਬ ਨੇ ਅਨਾਉਂਸ ਕੀਤਾ ਸੀ ਲੰਘੀ ਜੂਨ 2023 ਨੂੰ ਮਿਲਟਰੀ ਅਸਿਸਟੈਂਸ ਜਿਹੜੀ ਹੈ ਯੂਕਰੇਨ ਦੇ ਵਿੱਚ। ਸੋ ਆਲਰੇਡੀ ਮਿਲਟਰੀ ਦੀ ਜਿਹੜੀ ਟ੍ਰੇਨਿੰਗ ਹੈ, ਹਰ ਚੀਜ਼ ਜਿਹੜੀ ਉੱਥੇ ਉਹ ਚੱਲ ਰਹੀ ਹੈ, ਤੇ ਇਸ ਦੇ ਨਾਲ ਜਿਹੜੀ ਹੈ ਇਸ ਨਵੀਂ ਗ੍ਰਾਂਟ ਦੇ ਨਾਲ ਉਹਨਾਂ ਨੂੰ ਡਿਫੈਂਸ ਦੇ ਲਈ ਇਹ ਸਭ ਚੀਜ਼ਾਂ ਜਿਹੜੀਆਂ ਨੇ ਭੇਜੀਆਂ ਜਾਣਗੀਆਂ। ਔਰ ਕੈਨੇਡੀਅਨ ਆਰਮਡ ਫੋਰਸਿਸ ਪਰਸਨਲ ਜਿਹੜੇ ਨੇ ਉਹ ਉੱਥੇ 2600 ਯੂਕਰੇਨੀਅਨ ਰਿਕਰੂਟਸ ਨੂੰ ਟ੍ਰੇਨ ਵੀ ਕਰ ਰਹੇ ਨੇ, ਜਿਸ ਦੇ ਵਿੱਚ ਵੈਪਨ ਹੈਂਡਲਿੰਗ, ਬੈਟਲਫੀਲਡ ਫਸਟ ਏਡ ਔਰ ਪੈਟਰੋਲ ਟੈਕਟਿਕਸ ਜਿਹਨੂੰ ਕਹਿੰਦੇ ਆਪਾਂ, ਉਹ ਸਿਖਾ ਰਹੇ ਨੇ। ਔਰ ਕੈਨੇਡਾ ਨੇ ਕੰਟਰੀਬਿਊਟ ਕੀਤੇ ਨੇ ਜੀ $8 ਬਿਲੀਅਨ, ਠੀਕ ਹੈ ਜੀ, ਇਨ ਏਡ ਟੂ ਯੂਕਰੇਨ। ਇਹ ਪਿਛਲੇ ਸਾਲ ਤੋਂ ਹੈ ਜੀ, ਤੁਸੀਂ ਕਹਿ ਰਹੇ ਸੀ ਪਿਛਲੇ 1.5 ਸਾਲ ਤੋਂ ਕਹਿ ਲਓ ਇਹ ਹੋ ਰਿਹਾ, ਜਿਸ ਦੇ ਵਿੱਚ $1.8 ਬਿਲੀਅਨ ਮਿਲਟਰੀ ਅਸਿਸਟੈਂਸ ਦੇ ਵਿੱਚ ਨੇ ਜੀ, ਜਿਸ ਦੇ ਵਿੱਚ ਵੈਪਨਸ, ਐਮੂਨੀਸ਼ਨ, ਮਿਲਟਰੀ ਵਹੀਕਲਸ, ਡਰੋਨ ਕੈਮਰਾਸ ਔਰ ਵਿੰਟਰ ਕਲੋਥਿੰਗ ਵੀ ਭੇਜਿਆ ਗਿਆ। ਸਾਰਾ ਕੁਝ 1.5-2 ਸਾਲ ਹੋ ਗਏ ਨੇ। ਬਿਲਕੁਲ ਠੀਕ ਹੈ, ਸਾਰਾ ਕੁਝ ਠੀਕ ਹੈ, ਪਰ ਜੀ
ਲੜਾਈ ਨੂੰ ਰੋਕਣ ਵਾਸਤੇ ਕੁਝ ਨਹੀਂ ਕਰਿਆ ਗਿਆ। ਰੋਕਣ ਵਾਸਤੇ ਬਹੁਤ ਸਾਰੇ ਪਹਿਲਾਂ ਯਤਨ ਕੀਤੇ ਗਏ ਜੀ, ਉਹ ਹਰ ਪਾਸੇ ਕੀਤੇ ਗਏ, ਪਰ ਉਹ ਮੰਨੇ ਨਹੀਂ ਜਦੋਂ ਪੁਤਿਨ ਸਾਹਿਬ, ਤੇ ਫਿਰ ਉਸ ਤੋਂ ਬਾਅਦ ਫਿਰ ਡਿਫੈਂਸ ਲਈ ਹੁਣ ਦੇਖੋ ਆਪਾਂ ਅੱਗੇ ਵੀ ਗੱਲ ਕਰੀ ਸੀ ਜੀ, ਜਦੋਂ ਇਰਾਕ 'ਚ ਲੜਾਈ ਸੀ, ਟਿਮ ਹਾਰਡਨ ਬੰਦ ਕਰਾਤਾ ਸੀ ਜੀ ਉੱਥੇ, ਮੈਂ ਉਹਨਾਂ ਨੇ ਕਿਹਾ ਸੀ ਲੈ ਜਾਓ, ਇਹ ਵੀ ਹੋਇਆ ਸੀ ਜੀ, ਅਫਗਾਨਿਸਤਾਨ ਸੀ ਜੀ, ਉਦੋਂ ਅਮਰੀਕਾ ਫਟਾਫਟ ਜਾ ਕੇ ਬੰਬ ਸਿੱਟਣ ਲੱਗ ਗਿਆ। ਹੁਣ ਡਰਦੇ ਸੀ ਬਿਕਾਜ਼ ਜੇ ਇਹ ਜਾ ਕੇ ਉੱਥੇ ਰੌਲਾ ਪਾਉਂਦੇ, ਹੁਣ ਪੈਸੇ ਤਾਂ ਦੇਈ ਜਾਂਦੇ ਆ ਇਹ ਜੀ, ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਦਿੰਦੇ ਜੀ, ਪੈਸੇ ਦੇਈ ਜਾਂਦੇ ਆ, ਸਾਰਾ ਕੁਝ ਕਰੀ ਜਾਂਦੇ ਆ, ਪਰ ਲੋਕ ਵੀ ਮਰੀ ਜਾਂਦੇ ਆ ਜੀ ਜੀ ਜੀ। ਚਲੋ ਬਹੁਤ ਵਧੀਆ ਹੁਣ ਅਸਿਸਟੈਂਸ ਠੀਕ ਆ ਜਿੰਨਾ ਕਰਦੇ ਆ, ਪਰ ਜੇ ਅਸੀਂ ਓਵਰਆਲ ਦੇਖੀਏ ਨਾ, ਉੱਥੇ ਇਹਨਾਂ ਨੂੰ ਉਹ ਲੜਾਈ ਨੂੰ ਰੋਕਣਾ ਚਾਹੀਦਾ ਸੀ ਰਾਦਰ ਦੈਨ ਇਮਿਨੇਸ਼ਨ ਭੇਜਣਾ। ਹਾਂ ਬਿਲਕੁਲ ਬਿਲਕੁਲ। तो देखते हैं जी, चलो हुण ट्रेनिंग उत्ते हो रही है, पर ਇਹ ਵਾਰ ਕਦ ਤੱਕ ਚੱਲੂਗੀ? ਜਿਵੇਂ ਰਾਏ ਸਾਹਿਬ ਕਹਿ ਰਹੇ ਨੇ, ਵਾਰ ਨੂੰ ਰੋਕਣ ਲਈ ਯਤਨ ਜਿਹੜੇ ਨੇ ਉਹ ਕਦੋਂ ਕੀਤੇ ਜਾਣਗੇ, ਕਦੋਂ ਦੋਨੇ ਜਿਹੜੇ ਦੇਸ਼ ਨੇ ਉਹ ਆਪਸ ਵਿੱਚ ਠੀਕ ਹੋਣਗੇ, ਤਾਂ ਜੋ ਜਿਹੜਾ ਪੂਰੀ ਦੁਨੀਆ ਇਫੈਕਟ ਹੋ ਰਹੀ ਹੈ ਜੀ ਇਸ ਦੇ ਨਾਲ, ਇਹ ਬਿਲਕੁਲ ਸਾਰੀ ਦੁਨੀਆ ਨੂੰ ਇਫੈਕਟ ਹੈ ਜੀ, ਪੀਸ ਜਿਹੜਾ ਹੈ ਉਹ ਆ ਜਾਵੇ। ਦੇਖੋ ਜਿਹੜੀ ਸ਼ਾਂਤੀ, ਇੱਕ ਚੀਜ਼ ਜਿਹੜੀ ਹੋਰ ਹੈ ਨਾ ਜੀ, ਜਿਹੜੀ ਆਹ ਮਹਿੰਗਾਈ ਤੇ ਸ਼ਾਰਟੇਜ ਬਹੁਤ ਵੱਡਾ, ਇਹ ਵੀ ਇੱਕ ਰੀਜ਼ਨ, ਬਹੁਤ ਵੱਡਾ ਰੀਜ਼ਨ ਹੈ। ਹਾਂਜੀ, ਸੋ ਜਿਹੜੀ ਲੜਾਈ ਹੈ ਨਾ, ਕੋਵਿਡ ਵੀ ਸੀ, ਇਹ ਵੀ ਸੀ, ਸੋ ਜਦੋਂ ਸਾਰਾ ਕੁਝ ਹੋ ਗਿਆ ਉਹਦੇ ਕਰਕੇ ਇਫੈਕਟ ਹੋਇਆ ਜੀ, ਰਾਈਟ ਜੀ ਜੀ। ਸੋ ਦੇਖਦੇ ਹਾਂ ਜੀ, ਅਸੀਂ ਤਾਂ ਇਹ ਉਮੀਦ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਇਸ ਨੂੰ ਰੋਕਿਆ ਜਾਵੇ, ਲੜਾਈ ਨਾ ਹੋਵੇ, ਤਾਂ ਜੋ ਇਹ ਸਭ ਕਰਨ ਦੀ ਲੋੜ ਹੀ ਨਾ ਪਵੇ ਜੀ। ਭਾਈ ਚਲਿਏ ਫਿਰ ਪੰਜਾਬ, ਸਮਾਂ ਆਪਣੇ ਕੋਲ ਥੋੜਾ ਜਿਹਾ ਘੱਟ ਰਹਿ ਗਿਆ ਅੱਜ, ਪਰ ਉੱਥੇ ਬਹੁਤ ਆਪਣੇ ਕੋਲ ਅੱਜ ਇੰਟਰਸਟਿੰਗ ਖਬਰਾਂ ਹੈਗੀਆਂ ਨੇ, ਡਿਸਕਸ਼ਨ ਦੇ ਕਈ ਮੁੱਦੇ ਨੇ, ਸੋ ਉੱਥੇ ਅਸੀਂ ਪਹੁੰਚਦੇ ਹਾਂ। ਪਰ ਪਹੁੰਚਦੇ ਅਸੀਂ ਥੋੜੀ ਜੀ ਆਪਾਂ ਬ੍ਰੇਕ ਲੈ ਕੇ, कुछ रोमांस हो जाए, कुछ दर्द की बातें हो जाए, कुछ शायरी हो फ्रॉम द डायरी हो, शायरी हो फ्रॉम द डायरी जी, शायरी फ्रॉम द डायरी। शवि जी ਤੁਹਾਨੂੰ ਕਹਿ ਰਹੀ ਹੈ डायरी, अच्छा ਹਾਂ, ਪਰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਹਾਂਜੀ ਹਾਂਜੀ, ਪਰ ਵੈਸੇ ਤਾਂ ਮੈਂ ਤੁਹਾਨੂੰ ਡਾਇਰੀ ਵੀ ਦੇ ਸਕਦਾ, ਤੁਸੀਂ ਆਪ ਪੜ੍ਹ ਸਕਦੇ ਹੋ, ਉਹ ਫਿਰ ਔਖਾ, ਪਤਾ ਨਹੀਂ ਤੁਸੀਂ ਕਿਹਨੂੰ ਜਾ ਕੇ ਦਿੰਦੇ ਹੋ, ਹਨਾ। ਹਾਂ, ਪਰ ਉਹ ਕਹਿੰਦੀ ਆ ਜੀ, ਕੱਲ ਰਾਤ ਕਲਮ ਫੜ ਕੇ, ਕੱਲ ਰਾਤ ਕਲਮ ਫੜ ਕੇ ਇੱਕ ਤਸਵੀਰ ਬਣਾਉਂਦਾ ਰਿਹਾ, ਓਏ ਹੋਏ ਹੋਏ, ਕੱਲ ਰਾਤ ਕਲਮ ਫੜ ਕੇ ਇੱਕ ਤਸਵੀਰ ਬਣਾਉਂਦਾ ਰਿਹਾ, ਫਿਰ ਕਿਸੇ ਦੀ ਯਾਦ ਵਿੱਚ ਮੈਂ ਸਾਰੀ ਰਾਤ ਰੋਂਦਾ ਰਿਹਾ। ਹਾਏ 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 ਹਾਏ, ਤਸਵੀਰ ਬਣਾਤੀ, ਫਿਰ ਰਾਤ ਨੂੰ ਤੁਸੀਂ ਫਿਰ ਰੋਂਦੇ ਵੀ ਰਹੇ। ਹਾਂ ਬਿਲਕੁਲ, ਹਾਂ, ਸਵੇਰੇ ਮੈਂ ਨਹਾ ਨੂੰ ਗਿਆ, ਫਿਰ ਉਹ ਪਤਾ ਨਹੀਂ ਲੱਗਦਾ। ਅੱਜ ਪਹੁੰਚ ਵੀ ਜਾਣਾ ਉਹਨਾਂ ਕੋਲ, ਸੋ ਮੈਨੂੰ ਲੱਗਦਾ ਜਿਵੇਂ ਅਸੀਂ ਵਰਕ ਵੀਕ ਦੀ ਸ਼ੁਰੂਆਤ ਕਰਦੇ ਹਾਂ, ਭਾਜੀ ਆਪਣੇ ਰੋਮਾਂਸ ਦੀ ਸ਼ੁਰੂਆਤ ਨਾਲ ਹੀ ਕਰ ਲੈਂਦੇ ਨੇ। ਚਲੋ ਬਹੁਤ ਵਧੀਆ ਜੀ, ਇਸ ਸ਼ੇਰੋ ਸ਼ਾਇਰੀ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਜੀ। ਪੰਜਾਬ ਭਾਜਪਾ ਵਾ ਜੀ, ਪੰਜਾਬ ਦੇ ਵਿੱਚ ਉਹਨਾਂ ਵੱਲੋਂ ਇੱਕ ਨਵੀਂ ਕੋਰ ਕਮੇਟੀ ਦਾ ਐਲਾਨ ਕੀਤਾ ਗਿਆ ਜੀ। ਦੇਖੋ ਜੀ ਭਾਜੀ, ਪੂਰਾ ਮਾਮਲਾ, ਜਿਹੜੀ ਬੀਜੇਪੀ ਹੈ ਨਾ, ਬੀਜੇਪੀ ਦਾ ਪੂਰਾ ਜ਼ੋਰ ਲੱਗਿਆ ਬਈ ਅਸੀਂ ਕਿਸੇ ਨਾ ਕਿਸੇ ਢੰਗ ਨਾਲ ਕੁਛ ਨਾ ਕੁਛ ਕਰਕੇ ਨਾ ਪੰਜਾਬ ਦੇ ਵਿੱਚ ਜਿੱਤ ਲਈਏ, ਸਰਕਾਰ ਬਣਾ ਲਈ। ਜਿਹੜਾ ਸੁਨੀਲ ਜਾਖੜ ਨੂੰ ਉਹਨਾਂ ਨੇ ਪ੍ਰਧਾਨ ਬਣਾਇਆ ਨਾ ਪੰਜਾਬ ਦਾ ਜੀ, ਉਹ ਵੀ ਇੱਕ ਇਹੀ ਰੀਜ਼ਨ ਆ ਜੀ। ਪਹਿਲਾਂ ਅਸ਼ਵਨੀ ਸ਼ਰਮਾ ਜੀ ਸੀਗੇ ਜੀ, ਦੇਖੋ ਉਹਨਾਂ ਨੂੰ ਇਹਨਾਂ ਨੇ ਹਟਾਤਾ ਜੀ, ਉਹਨਾਂ ਨੂੰ ਇਸ ਕਰਕੇ ਹਟਾਤਾ, ਜਾਂ ਤਾਂ ਉਹ ਕੁਛ ਕਰਦੇ ਨਹੀਂ ਸੀ, ਤੇ ਹੁਣ ਜਾਖੜ ਸਾਹਿਬ ਨਵੇਂ ਕਾਂਗਰਸ ਚੋਂ ਗਏ ਆ ਭਾਜਪਾ ਚ, ਤੇ ਹੁਣ ਜਾਖੜ ਸਾਹਿਬ ਕੁਛ ਨਾ ਕੁਛ ਕਰਕੇ ਜੀ ਦਿਖਾਉਣਾ ਚਾਹੁੰਦੇ ਆ ਜੀ। ਪਹਿਲਾਂ ਇਹਨਾਂ ਨੇ ਉਹ ਫਾਜ਼ਿਲਕਾ ਨੇ ਜਿਹੜੇ ਸਾਰੇ ਕਾਂਗਰਸੀ ਸੀਗੇ ਉਹਨਾਂ ਨੂੰ ਲੈ ਕੇ ਬੀਜੇਪੀ ਚ, ਹਾਂਜੀ, ਹੁਣ ਇਹਨਾਂ ਨੇ ਨਵੀਂ ਕੋਰ ਕਮੇਟੀ ਬਣਾਈ ਹੈ, ਤੇ ਕੋਰ ਕਮੇਟੀ ਚ ਮੈਂ ਹੁਣ ਡਿਟੇਲ ਚ ਨਹੀਂ ਜਾਂਦਾ, ਸਾਰਿਆਂ ਦੇ ਨਾਂ ਜੇ ਆਪਾਂ ਲੈਣ ਲੱਗੇ ਤਾਂ ਉਹ ਬਹੁਤ ਟਾਈਮ ਔਖਾ ਹੋ ਜਾਣਾ। ਹਾਂਜੀ, ਪਰ ਅਸੀਂ ਓਵਰਆਲ ਜਿਹੜੀ ਹੈ ਨਾ, ਉਹਨਾਂ ਦਾ ਮਕਸਦ ਆ ਜਿਹੜਾ ਜਾਖੜ ਸਾਹਿਬ ਦਾ, 21 ਬੰਦੇ ਸ਼ਾਮਿਲ ਕੀਤੇ, ਹਾਂ 21 ਬੰਦੇ ਸ਼ਾਮਿਲ ਕਰੇ ਆ। ਉਹਨਾਂ ਦਾ ਮੇਨ ਮਕਸਦ ਇਹ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਕਬਜ਼ਾ ਕਰ ਲਈਏ ਜੀ। ਹੁਣ ਜਿਹੜੇ 21 ਬੰਦੇ ਕਰੇ ਆ, ਤੁਹਾਨੂੰ ਯਾਦ ਹੋਣਾ ਇੱਕ ਵਾਰੀ ਇਹ ਨਾ ਜਿਹੜੇ ਗਵਰਨਰ ਸਾਹਿਬ ਕੋਲ ਗਏ ਸੀਗੇ ਜਾਖੜ ਸਾਹਿਬ ਜੀ, ਤੇ ਬਾਕੀ ਦੇ ਜਿਹੜੇ ਬੀਜੇਪੀ ਦੀ ਜੀ ਲੀਡਰਸ਼ਿਪ ਸੀਗੀ ਜੀ, ਉਹ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਸੀ ਨਾ, ਜਿਹੜੀ ਇਹਨਾਂ ਦੇ ਨਾਲ ਗਈ ਸੀ, ਉਹ ਸਾਰੇ ਹੀ ਪੁਰਾਣੇ ਕਾਂਗਰਸੀ ਸੀ ਜੀ, ਪੁਰਾਣਾ ਬੀਜੇਪੀ ਦਾ ਕੋਈ ਨਹੀਂ ਸੀ।
ਸੋ ਹੁਣ ਇਹਨਾਂ ਚੋਂ ਵੀ ਮੇਰਾ ਖਿਆਲ ਹੈ ਵੀ ਸ਼ਾਇਦ 2-4 ਹੋਣ ਬੀਜੇਪੀ ਦੇ, ਪਰ ਜ਼ਿਆਦਾ ਜਿਹੜੇ ਹੈ ਨਾ ਕਾਂਗਰਸੀ ਹੀ ਹੋਣਗੇ, ਇਹ ਜਿਹੜੀ ਕੋਰ ਕਮੇਟੀ ਹੈ ਜੀ। ਸੋ ਇਸ ਕੋਰ ਕਮੇਟੀ ਦੀ ਕੋਰ ਜਦੋਂ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਕੀ ਕੋਰ ਬਿਆਨਬਾਜ਼ੀ ਕਰਨਗੇ, ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜ਼ਰੂਰ ਦੱਸਾਂਗੇ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਸੀਗੇ ਜੀ, ਪ੍ਰਕਾਸ਼ ਚੰਦ ਗਰਗ ਸਾਹਿਬ, ਉਹਨਾਂ ਨੇ ਪਾਰਟੀ ਛੱਡਤੀ। ਉਹ ਦੇਖੋ ਜਦੋਂ ਨਾ ਇਲੈਕਸ਼ਨ ਹੋਈ ਹੈਗੀ ਆ, ਪਾਰਟੀ ਹੋਈ ਪਈ ਹੈ ਜੀ, ਅਦਲਾ ਬਦਲੀ ਹੋਈ ਜਾਂਦੀ। ਜਦੋਂ ਇਲੈਕਸ਼ਨ ਹੋਈ ਆ ਪਿਛਲੀ ਪੰਜਾਬ ਦੀ ਜੀ, ਇਹ ਜਿਹੜੇ ਆ ਨਾ ਗਰਗ ਸਾਹਿਬ, ਇਹ ਮੋਸਟਲੀ ਸੰਗਰੂਰ ਤੋਂ ਇਲੈਕਸ਼ਨ ਲੜਦੇ ਰਹੇ ਜੀ। ਇਹਨਾਂ ਨੂੰ ਉਸ ਟਾਈਮ ਤੇ ਉੱਥੇ ਧੂਰੀ ਤੋਂ ਇਲੈਕਸ਼ਨ ਲੜਾਈ ਜੀ, ਜਿੱਥੇ ਮਾਨ ਸਾਹਿਬ ਖੜੇ ਸੀ ਜੀ, ਤੇ ਇਹਨਾਂ ਨੂੰ ਪਈਆਂ ਉੱਥੋਂ 7000 ਵੋਟਾਂ ਜੀ। ਜਦੋਂ ਇਹ ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਤੇ ਉਹਦੇ ਚ ਹਾਰ ਗਏ ਸੀਗੇ ਸੰਗਰੂਰ ਤੋਂ, ਉਦੋਂ ਇਹਨਾਂ ਦੇ ਮੇਰੇ ਹਾਲ 34 ਜਾਂ 40,000 ਦੇ ਕਰੀਬ ਵੋਟਾਂ ਪਈਆਂ ਸੀ, ਪਰ ਹਾਰ ਗਏ ਸੀ। ਉਦੋਂ ਪਹਿਲੀ ਜਿਹੜੀ ਇਲੈਕਸ਼ਨ ਸੀ ਉਹਦੇ ਚੋਂ ਵੀ ਹਾਰ ਗਏ ਸੀ, ਪਰ ਵੋਟਾਂ ਬਹੁਤ ਲੈ ਗਏ ਸੀ। ਹਾਂਜੀ, ਇਹਨਾਂ ਨੇ ਕਿਹਾ ਸੀ ਵੀ ਮੈਨੂੰ ਤੁਸੀਂ ਧੂਰੀ ਨਾ ਭੇਜੋ, ਮੈਂ ਇੱਥੇ ਠੀਕ ਆ, ਇੱਥੇ ਮੇਰਾ ਲੋਕਾਂ ਨਾਲ ਵਧੀਆ ਬਣਿਆ ਹੋਇਆ, ਪਰ ਪਾਰਟੀ ਮੰਨੀ ਨਹੀਂ। ਪਾਰਟੀ ਜਦੋਂ ਮੰਨੀ ਨਹੀਂ ਤੇ ਪਾਰਟੀ ਨੇ ਚੱਕ ਕੇ ਇਹਨਾਂ ਨੂੰ ਉੱਥੇ ਭੇਜਤਾ, ਤੇ ਉਦੋਂ ਦੇ ਇਹ ਥੋੜੇ ਜਿਹੇ ਪਰੇਸ਼ਾਨ ਚੱਲਦੇ ਸੀ ਜੀ। ਸੋ ਉਦੋਂ ਦੇ ਪਰੇਸ਼ਾਨ ਚੱਲਦੇ ਤੇ ਹੁਣ ਫਿਰ ਤੁਹਾਨੂੰ ਲੱਗਦਾ ਤੰਗ ਆ ਕੇ ਇਹਨਾਂ ਨੇ ਛੱਡੀ ਪਾਰਟੀ, ਜਾਂ ਕੋਈ ਹੋਰ ਗੱਲ ਹੋ ਸਕਦੀ ਹੈ? ਬਿਲਕੁਲ ਤੰਗ ਆ ਕੇ। ਦੂਜੀ ਜਿਹੜੀ ਤੰਗ ਆਉਣ ਦਾ ਰੀਜ਼ਨ ਹੈ ਨਾ ਜੀ, ਉਹ ਹੈਗਾ ਸਭ ਤੋਂ ਜ਼ਿਆਦਾ ਸੁਖਬੀਰ ਬਾਦਲ ਪ੍ਰਧਾਨ ਹੋਣਾ। ਮੈਂ ਤਾਂ ਹੀ ਪੁੱਛ ਰਿਹਾ ਤੁਹਾਨੂੰ। ਸਾਰੀ ਜਿਹੜੀ ਅਕਾਲੀ ਦਲ ਹੈ ਨਾ ਜੀ, ਕੁਛ ਬੰਦਿਆਂ ਨੂੰ ਛੱਡ ਕੇ ਉਹ ਚਾਹੁੰਦੇ ਆ ਵੀ ਬਾਦਲ ਸਾਹਿਬ ਪਾਸੇ ਹਟ ਜਾਣ, ਕਿਸੇ ਹੋਰ ਨੂੰ ਲੀਡਰ ਬਣਾਉਣ ਜੀ, ਜਿਹੜਾ ਅਕਾਲੀ ਦਲ ਦਾ, ਉਹਦੇ ਨਾਲ ਬਣਾ ਕੇ ਜਿਹੜੀ ਪਾਰਟੀ ਹੈ ਨਾ ਉਹ ਥੋੜੀ ਜਿਹੀ ਠੀਕ ਹੋ ਜੂਗੀ ਜੀ। ਹੁਣ ਦੇਖੋ ਦੂਜੇ ਪਾਸੇ ਜਦੋਂ ਬੀਜੇਪੀ ਦੀ ਅਸੀਂ ਗੱਲ ਕਰਦੇ ਹਾਂ, ਬੀਜੇਪੀ ਆਪਾਂ ਜੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਜੀ, ਤਾਂ ਉਹ ਢੀਂਡਸਾ ਨੂੰ ਲੀਡਰ ਬਣਦੇ ਆ। ਉਹ ਕਹਿੰਦੇ ਵੀ ਸਾਡੇ ਲੀਡਰ ਤਾਂ ਬਾਦਲ, ਵੱਡੇ ਬਾਦਲ ਤੋਂ ਬਾਅਦ ਇਹ ਹੈ ਜੀ। ਹੁਣ ਸੁਖਬੀਰ ਬਾਦਲ ਸਾਈਡ ਤੇ ਹੋ ਗਏ, ਕਦੋਂ ਨੂੰ ਪੁੱਛਦੇ ਨਹੀਂ ਕੋਈ। ਪਰ ਜਦੋਂ ਜੇ ਬਾਦਲ ਦਾ ਹੁਣ ਜਿਹੜਾ ਸੁਖਬੀਰ ਬਾਦਲ ਹੈ, ਉਹਨੇ ਪੂਰਾ ਜ਼ੋਰ ਲਾਇਆ ਹੋਇਆ ਵੀ ਕਿਸੇ ਨਾ ਕਿਸੇ ਢੰਗ ਨਾਲ ਸਾਡਾ ਬੀਜੇਪੀ ਦੇ ਨਾਲ ਸਮਝੌਤਾ ਹੋ ਜਾਏ ਜੀ। ਹੁਣ ਬੀਜੇਪੀ ਨਾਲ ਸਮਝੌਤਾ ਹੋ ਨਹੀਂ ਰਿਹਾ ਜੀ, ਸ਼ਾਇਦ ਅੰਦਰੋਂ ਅੰਦਰੀ ਕੋਈ ਮਾੜੀ ਮੋਟੀ ਗੱਲ ਹੋਵੇ, ਉਹ ਆਪਾਂ ਨੂੰ ਹਲੇ ਪਤਾ ਨਹੀਂ, ਲੱਗ ਜੂ ਪਤਾ। ਪਰ ਉਹ ਇਹਨਾਂ ਗੱਲਾਂ ਕਰਕੇ ਨਾ ਜਿਹੜੇ ਗਰਗ ਸਾਹਿਬ ਆ ਇਹ ਆਪਦੀ ਪਾਰਟੀ ਬਦਲ ਕਰਕੇ ਗਏ ਜੀ। ਬਾਕੀ ਹੁਣ ਦੇਖੋ ਕੀ ਹੁੰਦਾ। ਪਾਰਟੀ ਜੇ ਅਸੀਂ ਦੇਖਦੇ ਹਾਂ ਤਾਂ ਲੀਡਰ ਹੈ ਨਾ ਜਿਹੜੇ ਸਾਰੇ, ਉਹ ਭੱਜ ਕੇ ਛਾਲ ਮਾਰ ਕੇ ਇੱਕ ਤੋਂ ਦੂਜੀ ਤਾਂ ਉਹ ਤੇ ਚਿਰ ਲਾਉਂਦੇ ਹੀ ਨਹੀਂ ਜੀ, ਤੇ ਸ਼ਾਇਦ ਗਰਗ ਸਾਹਿਬ ਵਾਪਸ ਆ ਜਾਣ, ਕੋਈ ਪਤਾ ਨਹੀਂ ਜੀ, ਕੋਈ ਪਤਾ ਨਹੀਂ। ਸੋ ਇਹ ਜਿਵੇਂ ਜੇ ਤੰਗ ਹੋ ਕੇ ਗਏ ਨੇ ਜੀ ਫਿਰ ਤਾਂ ਮਨਾਇਆ ਜਾ ਸਕਦਾ, ਪਰ ਜੇ ਤੰਗ ਹੋ ਕੇ ਨਹੀਂ ਗਏ, ਦੇਖੋ ਕੋਈ ਹੋਰ ਗੱਲ ਹੈ। ਜਦੋਂ ਬੰਦਾ ਇੱਕ ਤੋਂ ਦੂਜੇ ਥਾਂ ਤੇ ਜਾਂਦਾ ਨਾ, ਉਹ ਥੋੜਾ ਬਹੁਤਾ ਤਾਂ ਤੰਗ ਹੁੰਦਾ ਹੀ ਆ ਜੀ, ਜੇ ਨਹੀਂ ਜ਼ਿਆਦਾ ਜੀ 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 ਜੀ, ਥੋੜੀ ਬਹੁਤੀ ਤਾਂ ਗੱਲ ਹੈਗੀ ਆ ਜੀ। ਅੱਛਾ, ਇੱਕ ਹੋਰ ਅੱਜ ਕੱਲ ਬਹੁਤ ਉੱਥੇ ਰੌਲਾ ਪਿਆ ਜੀ, ਜਾਂ ਫਿਰ ਅਸੀਂ ਕਹਿ ਲਓ ਕਿ ਇੱਕ ਨਵੀਂ ਤਰਕੀਬ, ਇੱਕ ਨਵਾਂ ਇੱਕ ਸਿਸਟਮ ਸ਼ੁਰੂ ਹੋਇਆ ਜਿੱਥੇ ਕਹਿੰਦੇ ਟੈਕਨੋਲੋਜੀ ਬਹੁਤ ਵਧੀ ਹੋਈ ਹੈ ਜੀ ਇੱਥੇ ਇੰਡੀਆ ਦੇ ਵਿੱਚ। ਇੱਥੇ ਸੇ ਈਮੇਲ ਟ੍ਰਾਂਸਫਰ ਕਰਦੇ ਆ ਨਾ, ਉੱਥੇ ਪੇਟੀਐਮ ਤੇ ਗੂਗਲ ਪੇ ਤੇ ਹੋਰ ਬਹੁਤ ਸਾਰੀ ਚੀਜ਼ਾਂ ਨੇ ਜੋ 1 ਸੈਕਿੰਡ ਦੇ ਵਿੱਚ ਤੁਹਾਨੂੰ ਪੈਸੇ ਮਿਲ ਜਾਂਦੇ ਨੇ ਜੀ, ਸਿੱਧਾ ਮੋਬਾਈਲ ਟੂ ਮੋਬਾਈਲ, ਸਕੈਨ ਕੀਤਾ ਕੋਡ ਤੇ ਤੁਹਾਡੇ ਜਿਹੜੇ ਅਕਾਊਂਟ ਦੇ ਵਿੱਚ ਪੈਸੇ ਆ ਗਏ। ਦੇਖੋ ਸ਼ਵੀ ਜੀ, ਆਪਾਂ ਅੱਗੇ ਗੱਲ ਕਰਕੇ ਆ, ਹੁਣ ਰਿਸ਼ਵਤ ਵੀ ਕਹਿੰਦੇ, ਹਾਂ ਅੱਗੇ ਆਪਾਂ ਗੱਲ ਕਰਕੇ ਹਟੇ ਆ ਵੀ ਇੰਡੀਆ ਚੰਦ ਤੇ ਚਲਿਆ ਗਿਆ ਜੀ। ਹੁਣ ਜੇ ਇੱਕ ਪਾਸੇ ਤਾਂ ਚੰਦ ਤੇ ਚਲਿਆ ਗਿਆ, ਤੇ ਦੂਜੇ ਪਾਸੇ ਸਾਰੇ ਪਾਸੇ ਥੋੜੀ ਬਹੁਤ ਤਾਂ ਤਰੱਕੀ ਹੋਣੀ ਹੈ। ਟੈਕਨੋਲੋਜੀ ਦੇਖੋ ਕਿੱਥੇ ਪਹੁੰਚ ਗਈ। ਇਹ ਪਹਿਲਾਂ ਕਹਿੰਦੇ ਨੇ ਨਾ, ਟੇਬਲ ਦੇ ਥੱਲੋਂ ਦਿਓ ਜੀ ਪੈਸੇ, ਜਾਂ ਕਿਤਾਬ ਦੇ ਵਿੱਚ ਪਾ ਦਿਓ ਜੀ, ਜਾਂ ਏਦਾਂ ਕਰ ਦਿਓ ਜੀ, ਲਿਫਾਫੇ 'ਚ ਪਾ ਕੇ ਦਿਓ। ਹੁਣ ਤਾਂ ਮੋਬਾਈਲ 'ਤੇ ਆ ਗਿਆ। ਨਹੀਂ, ਉਹ ਲੇਟਲੀ ਕੀ ਚੱਲਦਾ ਸੀਗਾ, ਹਾਂਜੀ, ਜਿਹੜੇ ਬੰਦੇ ਲੇਟਲੀ ਫੜੇ ਗਏ ਆ ਨਾ, ਉਹ ਸੈਟਅਪ ਕਰਕੇ ਫੜੇ ਆ, ਹਾਂ ਬਹੁਤ ਜ਼ਿਆਦਾ। ਹਾਂਜੀ, ਕੁਛ ਹੈਗੇ ਆ ਜਿਹੜੇ ਸੈਟਅਪ ਤੋਂ ਬਿਨਾਂ ਵੀ ਹੋਏ ਆ, ਪਰ ਉਹ ਸੈਟਅਪ ਕੀ ਕਰਦੇ ਸੀਗੇ, ਜਿਹੜੇ ਕੁਝ ਨੋਟ ਲੈ ਕੇ ਨਾ, ਉਹਨਾਂ ਦੇ ਇੱਕ ਤਾਂ ਨੰਬਰ ਨੋਟ ਕਰ ਲੈਂਦੇ ਸੀ ਜੀ,
ਦੂਜਾ ਉਹਨਾਂ ਨੂੰ ਨਾ ਰੰਗ ਲਾ ਦਿੰਦੇ ਸੀ ਜੀ, ਉਹ ਪਤਾ ਨਹੀਂ ਸੀ ਲੱਗਦਾ। ਉਹ ਰੰਗ ਜਦੋਂ ਗਿੱਲਾ ਕਰਦੇ ਸੀ ਨਾ ਉਹ ਨੋਟ, ਉਦੋਂ ਪਤਾ ਲੱਗਦਾ ਸੀ। ਸੋ ਉਹ ਸਾਰਾ ਕੁਝ ਦੇਖ ਕੇ ਜਿਹੜੇ ਰਿਸ਼ਵਤ ਲੈਣ ਵਾਲੇ ਆ ਉਹਨਾਂ ਨੇ ਕੀ ਕਰਿਆ, ਉਹ ਕਹਿੰਦੇ ਗੱਲ ਤਾਂ ਪੈਸਿਆਂ ਦੀ ਹੈ, ਨੋਟ ਹੀ ਖਤਮ ਕਰੋ। ਨਹੀਂ ਗੱਲ ਤਾਂ ਪੈਸਿਆਂ ਦੀ ਹੈ ਨਾ, ਉਹ ਕਿਵੇਂ ਮਿਲਦੇ ਆ ਉਹਦਾ ਤਾਂ ਕੋਈ ਫਰਕ ਨਹੀਂ। ਬਿਲਕੁਲ। ਤੇ ਉਹ ਕਹਿੰਦੇ ਵੀ ਸਾਨੂੰ ਕੈਸ਼ ਨਹੀਂ ਚਾਹੀਦੇ, ਗੂਗਲ ਪੇ ਦੇ ਨਾਲ। ਹਾਂ, ਉਹਦੇ ਨਾਲ ਨਾ ਨੋਟ ਚੈੱਕ ਕਰਨ ਦੀ ਕੋਈ ਪ੍ਰੋਬਲਮ। ਹਾਂ, ਪਰ ਉਹ ਉਦੋਂ ਵੀ ਪ੍ਰੋਬਲਮ ਹੈ। ਪੱਕਾ ਕੰਮ ਹੋ ਗਿਆ ਨਾ ਫਿਰ ਉਹ। ਨਹੀਂ, ਪੱਕਾ ਤਾਂ ਹੋ ਗਿਆ, ਪਰ ਵਿਜੀਲੈਂਸ ਵਾਸਤੇ ਵੀ ਪੱਕਾ ਹੋ ਗਿਆ। ਉਹ ਪੁੱਛਣਗੇ ਵੀ ਤੇਰੇ ਅਕਾਊਂਟ 'ਚ ਪੈਸੇ ਕਿੱਥੋਂ ਆਏ। ਕਰਨਾ ਬੜਾ ਸੌਖਾ ਹੈ ਜੀ। ਹਾਂ, ਬਹੁਤ ਸੌਖਾ ਹੈ। ਤੇ ਉਹਦੇ ਵੱਲ ਤਾਂ ਸੋਚਿਆ ਨਹੀਂ। ਉਹੀ ਮੈਂ ਕਹਿ ਰਿਹਾ ਕਿ ਇਹ ਟੈਕਨੋਲੋਜੀ ਦੇਖੋ ਵਰਤਣੀ ਵੀ ਕਹਿੰਦੇ ਨਾ, ਤੇ ਉਹਨਾਂ ਨੇ ਕਹਿਣਾ ਜੀ ਕਿੱਥੋਂ ਆਏ। ਕਿਉਂਕਿ ਅਕਾਊਂਟ ਤਾਂ ਦੇਖੋ ਕੋਈ ਵੀ ਕਦੇ ਵੀ ਇਹਨਾਂ ਕੋਲ ਤਾਂ ਪੂਰੀ ਅਥਾਰਟੀ ਹੈ, ਤੁਹਾਡਾ ਅਕਾਊਂਟ ਕਦੇ ਵੀ ਚੈੱਕ ਕੀਤਾ ਜਾ ਸਕਦਾ। ਹੁਣ ਆਪਾਂ ਉਹ ਜਿਹਨੇ ਫੜੇ ਆ ਵਿਜੀਲੈਂਸ ਨੇ ਜਾਂ ਈਡੀ ਨੇ ਫੜੇ ਹੈਗੇ ਆ, ਉਹ ਤਾਂ ਲੋਕਰਾਂ ਚੋਂ ਸੋਨਾ ਕੱਢ ਲਿਆ ਉਹਨਾਂ ਨੇ। ਜੀ ਜੀ ਜੀ। ਸੋ ਹੀ ਮੈਂ ਕਹਿ ਰਿਹਾ ਜੀ, ਬੈਂਕ ਤੋਂ ਇਨਫੋਰਮੇਸ਼ਨ ਲੈ ਕੇ ਸਾਰਾ ਕੁਝ ਜੋ ਮਰਜ਼ੀ ਕਰ ਲੈਣ। ਹਾਂਜੀ ਹਾਂਜੀ ਹਾਂਜੀ, ਉਹੀ ਮੈਂ ਕਹਿ ਰਿਹਾ ਕਿ ਉਹਨਾਂ ਕੋਲ ਤਾਂ ਸਾਰੀ ਅਥਾਰਟੀ ਹੈਗੀ ਹੈ, ਔਰ ਤੁਸੀਂ ਆਲਰੇਡੀ ਅੰਡਰ ਰਡਾਰ ਹੋ ਜੋ ਸਰਕਾਰੀ ਕੰਮ ਕਰ ਰਹੇ ਹੋ। ਜਿਹੜਾ ਗੂਗਲ ਪੇ ਹੈ ਨਾ, ਉਹ ਤਾਂ ਸਭ ਤੋਂ ਬੈਸਟ ਹੈ ਫੜੇ ਜਾਣ ਵਾਸਤੇ। ਹਾਂਜੀ ਹਾਂਜੀ, ਵਾਕਈ। ਸੋ ਦੇਖਦੇ ਆ ਹੁਣ ਇਹ ਜਿਹੜਾ ਸਿਲਸਿਲਾ ਚੱਲ ਰਿਹਾ, ਜਿਹੜੀ ਟੈਕਨੋਲੋਜੀ ਤੇ ਭਾਰਤ ਵੀ ਪਹੁੰਚਿਆ ਹੋਇਆ, ਚੰਦ ਤੱਕ ਪਹੁੰਚ ਗਿਆ। ਸੋ ਉਹਨਾਂ ਦੀ ਥਿੰਕਿੰਗ ਵੀ ਫਿਰ ਚੰਦ ਤੱਕ ਪਹੁੰਚੀ ਹੈ ਨਾ ਜੀ, ਕਿ ਰਿਸ਼ਵਤ ਕਿਵੇਂ ਲੈਣੀ। ਬਿਲਕੁਲ। ਸੋ ਹੁਣ ਇਹ ਸਾਰੇ ਮਾਮਲਿਆਂ ਦੇ ਵਿੱਚ ਪੂਰੀ ਤਰੱਕੀ ਹੋ ਗਈ, ਪੂਰੀ ਤਰੱਕੀ ਹੋ ਗਈ ਜੀ। ਸੋ ਇਦਾਂ ਦਾ ਹੀ ਕੈਸ਼ਲੈਸ ਸੋਸਾਇਟੀ ਬਣ ਜਾਣੀ ਆ। ਕੈਸ਼ਲੈਸ ਰਿਸ਼ਵਤ ਜਿਹੜੀ ਹੈ ਉਹ ਵੀ ਦੇਣ ਨੂੰ ਤੁਸੀਂ ਤਿਆਰ ਹੋਵੋ। ਤੇ ਮੈਨੂੰ ਲੱਗਦਾ ਬਟ ਇੱਕ ਗੱਲ ਚੰਗੀ ਹੈ ਕਿ ਫੜੇ ਜਾ ਰਹੇ ਨੇ ਜੀ ਸਾਰੇ। ਸੋ ਇਹ ਜਿਹੜੀਆਂ ਖਬਰਾਂ ਸਾਨੂੰ ਪਤਾ ਲੱਗ ਜਾਂਦੀਆਂ, ਪਤਾ ਹੀ ਨਹੀਂ ਲੱਗਦਾ ਸੀ ਜਦੋਂ ਅਸੀਂ ਗੱਲਾਂ ਕਰਦੇ ਨਾ ਜਿਹੜੀ ਹੁਣ ਗਵਰਨਮੈਂਟ ਆ ਪੰਜਾਬ ਦੀ, ਸਪੈਸ਼ਲੀ ਜਦੋਂ ਆਪਾਂ ਗੱਲ ਕਰਦੇ ਆ, ਫਰਕ ਆਮ ਲੋਕਾਂ ਨੂੰ ਬਹੁਤ ਪੈ ਰਿਹਾ ਇਸ ਚੀਜ਼ ਦਾ। ਜੀ, ਜਿਹੜੀਆਂ ਪੁਰਾਣੀਆਂ ਸਰਕਾਰਾਂ ਰਹੀਆਂ ਨਾ, ਚਾਹੇ ਅਕਾਲੀ ਦਲ ਲੈ ਲਓ, ਚਾਹੇ ਕਾਂਗਰਸ ਦੀ ਲੈ ਲਓ, ਉਹਨਾਂ ਨੇ ਇੰਨੀ ਸਖਤੀ ਨਾਲ ਕੰਮ ਨਹੀਂ ਕਰਿਆ। ਹਾਂ, ਸ਼ਾਇਦ ਉੱਤੋਂ ਕਿਹਾ ਜ਼ਰੂਰ ਹੋਊ, ਪਰ ਕਰਿਆ ਕੁਛ ਨਹੀਂ। ਪਰ ਜਿਹੜੀ ਆ ਸਰਕਾਰ ਹੈ ਹੁਣ, ਇਹਨਾਂ ਨੇ ਪੂਰਾ ਜ਼ੋਰ ਲਾਤਾ ਹੈ, ਬਹੁਤ ਬੰਦੇ ਫੜੇ ਗਏ ਆ। ਜੀ ਜੀ ਜੀ। ਸੋ ਇਹ ਦੇਖਦੇ ਹਾਂ ਜੀ ਕਿ ਇਹਦੇ ਵਿੱਚ ਹੁਣ ਕੀ ਕੁਝ ਹੁੰਦਾ ਹੈ, ਕਿ ਸਰਕਾਰ ਜਿਹੜਾ ਆਪਣਾ ਪੂਰਾ ਜ਼ੋਰ ਤਾਂ ਲਾ ਰਹੀ ਹੈ, ਪਰ ਉਹ ਜ਼ੋਰ ਕਿੱਥੇ ਤੱਕ ਪਹੁੰਚਦਾ ਹੈ ਔਰ ਕੀ ਕੁਝ ਸਾਹਮਣੇ ਆਉਂਦਾ ਹੈ, ਅਸੀਂ ਤੁਹਾਡੇ ਤੱਕ ਜ਼ਰੂਰ ਖਬਰਾਂ ਜਿਹੜੀਆਂ ਡਿਸਕਸ਼ਨ ਦੇ ਪੁਆਇੰਟ ਆਫ ਵਿਊ ਨਾਲ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਰਾਏ ਸਾਹਿਬ, ਪਹੁੰਚਦੇ ਆ ਫਿਰ ਵਾਪਸੀ। ਚਲੋ ਜੀ, ਤੁਹਾਡੀ ਮਰਜ਼ੀ ਹੈ, ਮਾਲਕਾਂ ਨੂੰ ਜਿੱਧਰ ਮਰਜ਼ੀ ਘੁਮਾ ਲੈਣਾ, ਚਾਹੇ ਪਾਕਿਸਤਾਨ ਲੈ ਚਲੋ, ਚਾਹੇ ਕੈਨੇਡਾ ਲੈ ਚਲੋ, ਮਰਜ਼ੀ ਤੁਹਾਡੀ ਹੈ। ਪਾਕਿਸਤਾਨ ਦਾ ਵੀ ਸੈਗਮੈਂਟ ਜਿਹੜਾ ਵਿੱਚ ਵੀ ਕਿਤੇ ਨਾ ਕਿਤੇ ਜ਼ਰੂਰ ਕਰਾਂਗੇ ਜੀ, ਉਹਦੇ ਬਾਰੇ ਵੀ ਚਰਚਾ। ਅੱਜ ਲਈ ਬਹੁਤ ਬਹੁਤ ਧੰਨਵਾਦ ਭਾਜੀ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਸ਼ਵੀ ਜੀ। ਥੈਂਕ ਯੂ ਜੀ, ਥੈਂਕ ਯੂ। ਇੱਕ ਵਾਰੀ ਫੇਰ ਤੁਸੀਂ ਮੌਕਾ ਦਿੱਤਾ ਸਟੂਡੀਓ ਚ ਆਉਣ ਦਾ। ਵਾਹ ਜੀ ਵਾਹ, ਹੁਣ ਸਟੂਡੀਓ ਚ ਰਹਿਣਾ ਤੁਸੀਂ, ਕਿਤੇ ਨਹੀਂ ਜਾਣਾ। ਥੈਂਕ ਯੂ ਸੋ ਮਚ ਰਾਏ ਸਾਹਿਬ। ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਕੱਲ ਨੂੰ ਹੋਏਗੀ ਸਵੇਰੇ 8 ਵਜੇ ਫਿਰ ਮੁਲਾਕਾਤ। ਕੋਈ ਵੀ ਗੱਲਬਾਤ ਕਰਨੀ ਹੈ, ਡਿਸਕਸ਼ਨ ਦਾ ਹਿੱਸਾ ਬਣਨਾ ਹੈ, ਤੁਸੀਂ ਕਮੈਂਟ ਕਰਕੇ ਸਾਡਾ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਜਾਂ ਫਿਰ ਸਾਡੇ ਤੱਕ ਕੋਈ ਖਬਰ ਪਹੁੰਚਾਣੀ ਹੈ, ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਉੱਥੇ ਤੁਸੀਂ WhatsApp ਕਰਕੇ ਵੀ ਜਿਹੜੀ ਖਬਰ ਹੈ ਉਹ ਪਹੁੰਚਾ ਸਕਦੇ ਹੋ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਲੋਕਾਂ ਤੱਕ ਅਸੀਂ ਖਬਰ ਪਹੁੰਚਾ ਦਈਏ। ਔਰ ਜੇ ਡਿਸਕਸ਼ਨ ਦਾ ਕੋਈ ਤੁਹਾਨੂੰ ਲੱਗਦਾ ਹੈ ਕਿ ਇਸ ਮੁੱਦੇ ਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ, ਤੇ ਅਸੀਂ ਉਹ ਵੀ ਜ਼ਰੂਰ ਕਰਾਂਗੇ। ਏਦਾਂ ਹੀ ਪਿਆਰ ਦਿੰਦੇ ਰਹੋ ਸਾਰੇ ਪ੍ਰੋਗਰਾਮਸ ਨੂੰ, ਔਰ ਦੇਖਦੇ ਰਹੋ ਜੀ BTV। ਸਵਸਥ ਰਹੋ, ਮਸਤ ਰਹੋ, ਔਰ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ योरसेल्फ।